कि स्टैंप ड्यूटी रजिस्ट्री वेले नहीं दी जाती या कब्जे वेले दी जाती है? ये तुसी दस दो, तुसी बहुत ज़्यादा सियाणे। सुनिया तुसी कोई शिकायत की सी जिस तो बाद माल मंत्री खुद पहुंचे छापा मारन ते रौला पूरे पंजाब च पै गया बई इस प्लॉट के नेड़े तेड़े जे किते भी कोई भी गांधी रोड नूं शो कर दे तां पंकज सूद साहब दा ओपन चैलेंज भी जो वो कहणगे ਉਹ ਕੀਤਾ ਜਾਵੇਗਾ ਤੇ ਸਾਰਿਆਂ ਸਾਹਮਣੇ ਮਾਫੀ ਵੀ ਮੰਗੀ ਜਾਵੇਗੀ। ਖੁੱਲਾ ਚੈਲੰਜ ਹੈ। 1.5 ਲੱਖ ਰੁਪਇਆ ਮਰਲੇ ਦੇ ਹਿਸਾਬ ਨਾਲ ਫਰਕ ਕਿੰਨਾ ਪੈ ਗਿਆ ਜੀ? 420। ਇਹ ਵਾਕਈ ਇਹ ਸੌਦਾ 420 ਹੈ। ਇਹ ਤਾਂ ਇੱਕ ਐਗਜ਼ਾਮਪਲ ਹੈ। ਆਹ ਰਜਿਸਟਰੀ ਇਹ ਤੋਂ ਇਲਾਵਾ ਹੋਰ ਰਜਿਸਟਰੀਆਂ ਮੈਂ ਹੋਰ ਫੜੀਆਂ। ਤਹਿਸੀਲਦਾਰ ਸਾਹਿਬ ਦਾ ਇੱਕ ਬਹੁਤ ਨੇੜਲਾ ਰਿਸ਼ਤੇਦਾਰ ਮੈਨੂੰ ਖਰੀਦਣ ਆਇਆ ਸੀ। ਮੈਂ ਤੁਹਾਡੇ ਚੈਨਲ ਨੂੰ ਉਹਦੀ ਵੀਡੀਓ ਭੇਜ ਦਿੱਤੀ ਹੈ ਔਰ ਤੁਸੀਂ ਬਾਕੀ ਤਹਿਸੀਲਦਾਰ ਸਾਹਿਬ ਨੂੰ ਪੁੱਛ ਲਓ ਕਿ ਵੀ ਉਹ ਬੰਦਾ ਕੌਣ ਸੀ, ਤੁਹਾਨੂੰ ਦੱਸ ਦੇਣਗੇ। ਤੇ ਮਾੜਾ ਪੁੱਛ ਕੇ ਦੇਖੋ ਉਹਨਾਂ ਨੂੰ। ਇਹ ਜੋ ਕੋਈ ਮਾਈ ਦਾ ਲਾਲ ਉਹਨੂੰ ਬਦਲ ਨਹੀਂ ਸਕਦਾ। ਜੇ ਤੁਸੀਂ ਉਹ ਪਾਵਰ ਟਰਨੀ ਵਾਲੀ ਗੱਲ ਤੇ ਕਰ ਰਹੇ ਹੋ, ਮੈਂ ਆਰਟੀਆਈ ਪਾਈ ਵੀ ਹੈ। 14 ਦਿਨ ਬਾਅਦ ਜਾਓਗੇ, 20 ਦਿਨ ਬਾਅਦ ਜਾਓਗੇ, ਜਿੱਦਣ ਪਾਵਰ ਟਰਨੀ ਆ ਗਈ ਹਾਈ ਕੋਰਟ ਸਾਹਿਬ ਨੂੰ ਕਿਹੜੀ ਸੁਣਨਾ। ਅੱਜ ਦੀ ਇਹ ਖਬਰ ਇੱਕ ਵੱਡਾ ਸਵਾਲ ਖੜਾ ਕਰਦੀ ਹੈ। ਸਵਾਲ ਇਹ ਕਿ ਸਿਸਟਮ ਦੇ ਹਿਸਾਬ ਦੇ ਨਾਲ ਤਹਿਸੀਲਦਾਰ ਚੱਲਦੇ ਨੇ ਜਾਂ ਫਿਰ ਤਹਿਸੀਲਦਾਰਾਂ ਦੇ ਹਿਸਾਬ ਨਾਲ ਸਿਸਟਮ। ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਸਵਾਲ ਇਸ ਕਰਕੇ ਕਿਉਂਕਿ ਕੁਝ ਦਿਨ ਪਹਿਲਾਂ ਮਾਲ ਮੰਤਰੀ ਸਾਹਿਬ ਮੋਗਾ ਮਾਲ ਵਿਭਾਗ ਦੇ ਵਿੱਚ ਪਹੁੰਚੇ, ਛਾਪਾ ਮਾਰਿਆ ਗਿਆ, ਰੌਲਾ ਪੂਰੇ ਪੰਜਾਬ ਦੇ ਵਿੱਚ ਪੈ ਗਿਆ। ਗੱਲ ਇੱਥੋਂ ਤੱਕ ਵਧੀ ਕਿ ਮੋਗਾ ਜ਼ਿਲ੍ਹੇ ਦੇ ਸਾਰੇ ਤਹਿਸੀਲਦਾਰ ਸਾਹਿਬਾਨਾਂ ਵੱਲੋਂ ਡੀਸੀ ਸਾਹਿਬ ਮੋਗਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਆਖਰ ਮਾਮਲਾ ਕੀ ਸੀ? ਮਾਮਲਾ ਲਾਈਮਲਾਈਟ ਦੇ ਵਿੱਚ ਲੈ ਕੇ ਆਉਣ ਵਾਲੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪੰਕਜ ਸੂਦ ਜੀ, ਸੀਆਰਓ ਪੰਜਾਬ ਦੇ ਪ੍ਰਧਾਨ ਨੇ। ਸੂਦ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ। ਨਮਸਕਾਰ ਜੀ, ਕੀ ਹਾਲ ਚਾਲ ਹੈ ਜੀ? ਠੀਕ, ਬਹੁਤ ਵਧੀਆ ਸੂਦ ਸਾਹਿਬ। ਸੂਦ ਸਾਹਿਬ ਸੁਣਿਆ ਤੁਸੀਂ ਕੋਈ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਮਾਲ ਮੰਤਰੀ ਖੁਦ ਪਹੁੰਚੇ ਛਾਪਾ ਮਾਰਨ ਤੇ ਰੌਲਾ ਪੂਰੇ ਪੰਜਾਬ 'ਚ ਪੈ ਗਿਆ। ਬਿਲਕੁਲ ਜੀ। ਮੈਂ ਸ਼ਿਕਾਇਤ ਕੀਤੀ ਸੀ ਜੀ ਤਹਿਸੀਲਦਾਰ ਸਾਹਿਬ ਨੂੰ। ਤਹਿਸੀਲਦਾਰ ਸਾਹਿਬ ਦੀ ਹੋਈ। ਅਸੀਂ ਤਹਿਸੀਲਦਾਰ ਸਾਹਿਬ ਦੀ ਸ਼ਿਕਾਇਤ? ਬਿਲਕੁਲ ਜੀ, ਬਿਲਕੁਲ। ਅਸੀਂ ਇੱਕ ਮੈਮੋਰੈਂਡਮ ਉਹਨਾਂ ਨੂੰ ਦਿੱਤਾ ਸੀ ਤਹਿਸੀਲਦਾਰ ਸਾਹਿਬ ਨੂੰ। ਇਸ ਮੈਮੋਰੈਂਡਮ ਦੇ ਵਿੱਚ ਅਸੀਂ ਉਹਨਾਂ ਨੂੰ ਕਿਹਾ ਸੀ, ਤਹਿਸੀਲਦਾਰ ਸਾਹਿਬ ਤੁਹਾਡੇ ਆਫਿਸ ਦੇ ਵਿੱਚ ਬਹੁਤ ਹੇਰ-ਫੇਰ ਹੋ ਰਿਹਾ। 6 ਤਰੀਕ ਨੂੰ ਆਹ ਦੇਖੋ ਡੇਟ 6 ਨੂੰ ਅਸੀਂ ਉਹਨਾਂ ਨੂੰ ਮੈਮੋਰੈਂਡਮ ਦਿੰਦੇ ਹਾਂ ਵੀ ਤਹਿਸੀਲਦਾਰ ਸਾਹਿਬ ਤੁਹਾਡੇ ਆਫਿਸ ਦੇ ਵਿੱਚ ਬੜੀ ਹੇਰ-ਫੇਰ ਹੋ ਰਹੀ ਹੈ, ਸਟਾਂਪ ਡਿਊਟੀ ਚੋਰੀ ਹੋ ਰਹੀ ਹੈ, TDS ਦੀ ਚੋਰੀ ਹੋ ਰਹੀ ਹੈ। ਉਹ ਕਹਿੰਦੇ ਜੀ ਅਸੀਂ ਕਦਮ ਖਾਨ ਨੂੰ ਤਿਆਰ ਹਾਂ, ਸਾਡੇ ਆਫਿਸ ਦੇ ਵਿੱਚ ਕੁਝ ਨਹੀਂ ਹੋ ਰਿਹਾ। ਆਹ ਫੋਟੋ ਹੈ ਜੀ ਉਹਨਾਂ ਨੂੰ ਮੈਮੋਰੈਂਡਮ ਦਿੰਦਿਆਂ ਦੀ। ਮੈਂ ਐਜ਼ ਏ ਸਟੇਟ ਪ੍ਰੈਜ਼ੀਡੈਂਟ ਪੰਜਾਬ ਉੱਥੇ ਗਿਆ ਸੀਗਾ ਜੀ। ਠੀਕ ਹੈ ਜੀ। ਪਰ ਤਹਿਸੀਲਦਾਰ ਸਾਹਿਬ ਨੇ ਸਾਡੀ ਗੱਲ ਤੇ ਉਹਨਾਂ ਨੇ ਕੋਈ ਅਸਰ ਨਹੀਂ ਹੋਇਆ। ਤਹਿਸੀਲਦਾਰ ਸਾਹਿਬ ਨੇ ਜੀ ਉਸ ਤੋਂ ਬਾਅਦ ਨੈਕਸਟ ਡੇ ਆਹ ਇੱਕ ਪਲਾਟ ਇਨ ਕੁਐਸਚਨ ਹੈ। ਇਹ ਪਲਾਟ ਸਰ ਇਹ GT ਰੋਡ ਦੇ ਉੱਪਰ ਪਲਾਟ ਹੈ ਜੀ। ਇਹ ਇੰਪਰੂਵ ਟਰਸਟ ਮਾਰਕੀਟ ਤੇ ਜਿਹੜਾ ਗਵਰਨਮੈਂਟ ਸਾਡਾ ਐਡਮਿਨਿਸਟ੍ਰੇਟਿਵ ਆਫਿਸ ਹੈ, ਜਿੱਥੇ DC ਸਾਹਿਬ, SSP ਸਾਹਿਬ, ਤਹਿਸੀਲਦਾਰ ਸਾਹਿਬ ਆਪ ਬਹਿੰਦੇ ਆ, ਇਹ ਪਲਾਟ ਉਹਦੇ ਬਿਲਕੁਲ ਸਾਹਮਣੇ ਹੈ। ਇੱਥੇ ਇਹ ਪਲਾਟ ਕਮਰਸ਼ੀਅਲ ਪਲਾਟ ਹੈ ਜੀ। ਇਹ GT ਰੋਡ ਹੈ ਜਿੱਥੇ ਆ ਤੁਸੀਂ ਕਾਰਾਂ ਦੇਖ ਰਹੇ ਹੋ। ਇਹ GT ਰੋਡ ਹੈ, ਕਾਰ ਜਾ ਰਹੀ ਹੈ। ਇਹ ਮੇਨ GT ਰੋਡ ਹੈ ਜਿਹੜਾ ਮੋਗਾ ਫਿਰੋਜ਼ਪੁਰ ਲੁਧਿਆਣਾ ਰੋਡ ਹੈ। ਠੀਕ ਹੈ ਜੀ। ਮੈਂ ਰੈਵਨਿਊ ਡਿਪਾਰਟਮੈਂਟ ਨੂੰ ਤੁਹਾਡੇ ਚੈਨਲ ਰਾਹੀਂ ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਵੀ ਸਾਨੂੰ ਦਿਖਾ ਦੇਣ ਵੀ ਇਹ ਪ੍ਰੋਪਰਟੀ ਕੋਡ ਉਹਨਾਂ ਨੇ 61 ਪਾਇਆ। 61 ਸਰ ਪ੍ਰੋਪਰਟੀ ਕੋਡ ਆ ਪਿਆ ਜੀ। ਮੈਂ ਤੁਹਾਨੂੰ ਤੁਸੀਂ ਮਾੜਾ ਜਿਹਾ ਜ਼ੂਮ ਕਰੋ ਤੇ ਆਹ 61 ਪ੍ਰੋਪਰਟੀ ਕੋਡ ਹੈ। ਇਹ ਹੈ ਜੀ ਗਾਂਧੀ ਰੋਡ। ਦੇਖੋ ਇੱਕ ਪ੍ਰੋਪਰਟੀ ਕੋਡ ਗਾਂਧੀ ਰੋਡ ਦਾ ਹੈ, ਇਹਦੇ ਆਲੇ ਦੁਆਲੇ GT ਰੋਡ ਹੈ, ਕੋਈ ਰਾਹ ਨਹੀਂ ਲੱਗਦਾ, ਕੁਛ ਨਹੀਂ ਲੱਗਦਾ, GT ਰੋਡ ਲੱਗਦੀ ਹੈ। ਇਹਦਾ ਐਕਚੁਅਲ 'ਚ ਕੋਡ ਹੈਗਾ ਜੀ ਆਹ ਲਿਖਿਆ ਹੋਇਆ 81 0081 ਇਹਦਾ ਕੋਡ ਹੈ। ਉਹਦੇ 'ਚ ਮੈਂ ਜਿਹੜਾ ਮੇਨ ਗੱਲ ਹੈ, ਇੱਥੇ ਇੱਕ ਬੈਂਕ ਆਫ ਪੰਜਾਬ ਹੁੰਦਾ ਜਿਹੜਾ ਬਾਅਦ 'ਚ HDFC 'ਚ ਮਰਜ ਹੋ ਗਿਆ। ਬੈਂਕ ਆਫ ਪੰਜਾਬ ਤੋਂ ਲੈ ਕੇ FCA ਰੋਡ ਦੀ ਕਾਰਨਰ ਤੱਕ ਇਹ ਘੱਟੋ ਘੱਟ ਕਿਲੋਮੀਟਰ ਦਾ ਏਰੀਆ ਬਣਦਾ। ਇਹਦਾ ਕਲੈਕਟਰ ਰੇਟ ਜਿਹੜਾ ਸਰਕਾਰ ਵੱਲੋਂ ਹੈ ਮਿਨੀਮਮ 5,70,000 ਰੁਪਇਆ। ਪਰ ਆਹ ਜਿਹੜੀਆਂ ਰਜਿਸਟਰੀਆਂ ਮੈਂ ਤੁਹਾਨੂੰ ਦਿਖਾਉਣਾ ਜੀ, ਆਹ ਦੋ ਰਜਿਸਟਰੀਆਂ 2471 ਅਤੇ 2467 ਇਹ ਹੋਈਆਂ। ਇਹਨਾਂ ਦੇ ਪ੍ਰੋਪਰਟੀ ਕੋਡ 61 ਪਾਇਆ ਗਿਆ। ਆਹ ਦੇਖੋ ਜੀ, ਉੱਪਰ ਦੇਖੋ ਤੁਸੀਂ, ਇਹ ਤੇ ਵੀ ਤੇ ਸਰ ਇਹ ਤੇ ਵੀ ਮਾੜਾ ਜਿਹਾ ਤੁਸੀਂ ਚਾਨਣਾ ਪਾਓ ਜੀ। ਪ੍ਰੋਪਰਟੀ ਕੋਡ 61 ਹੋਇਆ। ਇਹ ਜਿਹੜਾ ਪ੍ਰੋਪਰਟੀ ਕੋਡ 61 ਗਾਂਧੀ ਰੋਡ ਹੋਇਆ, ਇਸ ਲੈਂਡ ਨੂੰ ਰੈਜ਼ੀਡੈਂਸ਼ੀਅਲ ਕਰਕੇ ਉਹਨਾਂ ਨੇ ਇਹਨੂੰ ਰਜਿਸਟਰ ਕੀਤਾ ਹੈ। 1.5 ਲੱਖ ਰੁਪਇਆ ਮਰਲੇ ਦੇ ਹਿਸਾਬ ਨਾਲ ਫਰਕ ਕਿੰਨਾ ਪੈ ਗਿਆ ਜੀ? 420। ਇਹ ਵਾਕਈ ਇਹ ਸੌਦਾ 420 ਹੈ। ਨਹੀਂ ਤੁਸੀਂ ਕਹਿ ਰਹੇ ਹੋ ਵੀ ਗਾਂਧੀ ਰੋਡ 61 ਨੰਬਰ ਤਾਂ ਗਾਂਧੀ ਰੋਡ ਦਾ ਹੈ।
81 ਨੰਬਰ ਜਿਹੜਾ ਹੈਗਾ ਉਹ ਇਸ ਰੂਟ ਨੂੰ ਪੈਂਦਾ, ਫਿਰ 61 ਨੰਬਰ ਕਿਵੇਂ ਲੱਗਿਆ? ਇਹੀ ਤਾਂ ਝੋਲ ਹੈ ਜੀ। ਇਸ ਜਿਹੜੇ ਪਲਾਟ ਨੂੰ ਕਿਤੋਂ ਕੋਈ ਸੜਕ ਨਹੀਂ ਲੱਗਦੀ ਸਿਵਾਏ ਜੀਟੀ ਰੋਡ ਦੇ, ਪਰ ਇਹ ਜਿਹੜਾ ਭੂ ਮਾਫੀਆ ਹੈ, ਇਹਨਾਂ ਨੇ ਤਹਿਸੀਲਦਾਰ ਨਾਲ ਰਲ ਕੇ ਇਹਦਾ ਪ੍ਰਾਪਰਟੀ ਕੋਡ 61 ਕਰਤਾ। ਇਹ ਇੱਕ ਮਾਮਲਾ ਨਹੀਂਗਾ ਜੀ, ਇੱਕ ਮਾਮਲਾ ਨਹੀਂਗਾ। ਇਸ ਤੋਂ ਪਹਿਲਾਂ ਮਾਨਯੋਗ ਸਾਡੇ ਸੈਸ਼ਨ ਜੱਜ ਆ ਮੈਡਮ ਪੰਨੂ ਜੀ, ਉਹਨਾਂ ਦੀ ਅਦਾਲਤ ਵੱਲੋਂ ਇੱਕ ਪ੍ਰਾਪਰਟੀ ਦੇ ਸਟੇ ਦਿੱਤਾ ਗਿਆ ਸੀ। ਉਹ ਸਟੇ ਦੇ ਬਾਵਜੂਦ ਇਹਨਾਂ ਨੇ ਉਹ ਪਲਾਟ ਦੀ ਰਜਿਸਟਰੀ ਕਰ ਲਈ। ਐਸਐਸਪੀ ਮੋਗਾ ਕੋਲ ਇਹਨਾਂ ਦੀ ਸ਼ਿਕਾਇਤ ਹੈ ਜੀ, ਔਰ ਉਹ ਜਿਹੜਾ ਸ਼ਿਕਾਇਤ ਦਾ ਨੰਬਰ ਹੈ ਮੈਂ ਤੁਹਾਡੇ ਚੈਨਲ ਰਾਹੀਂ ਤੁਹਾਨੂੰ ਭੇਜ ਦੇਣਾ, ਤੁਸੀਂ ਜ਼ਰੂਰ ਸ਼ੋਅ ਕਰਿਓ। ਉਹ ਸ਼ਿਕਾਇਤ ਹੁਣ ਡੀਐਸਪੀ ਹੈੱਡਕੁਆਟਰ ਕੋਲ ਆਈ ਹੋਈ ਹੈ, ਠੀਕ ਹੈ ਜੀ, ਕਿਉਂਕਿ ਉਹਦੇ ਵਿੱਚ ਇਹ 7ਵੇਂ ਨੰਬਰ ਤੇ ਤਹਿਸੀਲਦਾਰ ਸਾਹਿਬ ਦਾ ਨਾਂ ਹੈ। ਉਹਦੇ 'ਚ ਤਹਿਸੀਲਦਾਰ ਸਾਹਿਬ ਕੰਪਲੇਂਟ ਦੇ ਵਿੱਚ ਨੇ, 7ਵਾਂ ਨੰਬਰ ਤਹਿਸੀਲਦਾਰ ਸਾਹਿਬ ਦਾ ਉਸ ਕੰਪਲੇਂਟ 'ਚ। ਹੁਣ ਡੀਐਸਪੀ ਹੈੱਡਕੁਆਟਰ ਦੇਖਦੇ ਜੀ ਕੀ ਉਸ 'ਤੇ ਚੈਕਿੰਗ ਕਰਦੇ ਆ। ਇਸ ਤੋਂ ਇਲਾਵਾ ਨਹੀਂ ਸੂ ਸਾਹਿਬ, ਹੋ ਸਕਦਾ ਹੈ ਵੀ ਤੁਹਾਨੂੰ ਸ਼ਾਇਦ ਇਸ ਨਕਸ਼ੇ ਦੇ ਵਿੱਚ ਕਿਤੇ ਗਾਂਧੀ ਰੋਡ ਨਾ ਦਿਖੀ ਹੋਵੇ, ਇਸ ਰਸਤੇ ਇੱਥੇ ਪਲਾਟ ਨੂੰ ਕਿਤੇ ਗਾਂਧੀ ਰੋਡ ਲੱਗਦੀ ਹੋਵੇ। ਮੈਂ ਜੀ ਚੈਲੰਜ ਕਰ ਚੁੱਕਿਆ, ਮੇਰਾ ਚੈਲੰਜ ਹੈ ਇਹਨੂੰ ਗਾਂਧੀ ਰੋਡ ਬਣਾ ਕੇ ਦਿਖਾ ਦੇਣ। ਇਹਨੂੰ ਜਦੋਂ ਰਾਹ ਜੀਡੀ ਰੋਡ ਤੋਂ ਲੱਗਦਾ ਜੀ ਇਹ ਜੀਡੀ ਰੋਡ ਹੀ ਹੈ, ਠੀਕ ਹੈ, ਮੂਹਰੇ ਜੀਡੀ ਰੋਡ ਜਾਂਦਾ ਹੈ। ਆਹ ਮੂਹਰਲੇ ਪਲਾਟ ਪਾਸੇ 2467 ਹੈ ਜੀ, ਪਿਛਲੇ ਪਾਸੇ 2471 ਹੈ, ਠੀਕ ਹੈ ਜੀ। ਇਹ ਪਲਾਟ ਭਾਵੇਂ 100 ਫੁੱਟ ਹੋਵੇ 200 ਫੁੱਟ ਹੋਵੇ, ਜਦੋਂ ਰਸਤਾ ਇਹਨੂੰ ਜੀਡੀ ਰੋਡ ਦਾ ਮਿਲਦਾ ਫਿਰ ਇਹ ਰੈਜ਼ੀਡੈਂਸ਼ੀਅਲ ਕਿਵੇਂ ਹੋ ਗਿਆ? ਇਹਨੂੰ ਰੈਜ਼ੀਡੈਂਸ਼ੀਅਲ ਏਰੀਆ ਜਦੋਂ ਸੜਕ ਹੀ ਨਹੀਂ ਲੱਗਦੀ ਪਈ, ਜੇ ਸੜਕ ਲੱਗਦੀ ਹੋਈ ਫਿਰ ਹੀ ਰੈਜ਼ੀਡੈਂਸ਼ੀਅਲ ਹੋਊਗਾ ਨਾ। ਤੁਹਾਡਾ ਚੈਲੰਜ ਕੀ ਹੈ ਤੇ ਕਿਹਨੂੰ ਹੈ? ਮੇਰਾ ਚੈਲੰਜ ਤਹਿਸੀਲਦਾਰ ਸਾਹਿਬ ਨੂੰ ਹੈ। ਜੇ ਉਹਨਾਂ ਨੇ ਹੋਰ ਵੀ ਕੋਈ ਮਾਹਿਰ ਲਿਆਉਣਾ ਹੈ ਆਹ ਦਿਖਾਉਣ ਲਈ, ਲਿਆਉਣ, ਕਿਉਂਕਿ ਉਹਨਾਂ ਨੂੰ ਸਭ ਕੁਝ ਪਤਾ ਹੈ, ਕਿਉਂਕਿ ਇਹ ਤਾਂ ਇੱਕ ਐਗਜ਼ਾਮਪਲ ਹੈ ਜੀ ਆਹ ਰਜਿਸਟਰੀ। ਇਸ ਤੋਂ ਇਲਾਵਾ 2 ਰਜਿਸਟਰੀਆਂ ਮੈਂ ਹੋਰ ਫੜੀਆਂ। ਇੱਕ ਤਾਂ ਮੈਡਮ ਪੰਨੂ ਦਾ ਸਟੇ ਹੋਇਆ ਹੋਇਆ ਸੀ, ਉਹ ਸੈਕਿੰਡ ਆ ਖੋਸਾ ਪਾਂਡੋ ਪਿੰਡ ਦੀ ਸੇਮ ਰਜਿਸਟਰੀ ਹੈ। ਇਹ ਰਜਿਸਟਰੀ ਸਰ 2,75,000 'ਚ ਕੀਤੀ ਹੈ, ਐਕਚੁਅਲ ਜੇ 27 ਲੱਖ ਦਾ ਸੌਦਾ ਸੀ। ਖੋਸਾ ਪਾਂਡੋ ਅੱਡੇ ਦੇ ਵਿੱਚ ਇਹ ਰਜਿਸਟਰੀ ਹੋਈ ਹੈ ਜੀ। ਐਨਆਰਆਈ ਬੰਦੇ ਨੇ ਰਜਿਸਟਰੀ ਕਰੀ ਹੈ, ਇਹ 'ਚ ਵੀ ਟੀਡੀਐਸ ਦੀ ਚੋਰੀ ਹੈ, ਸਟੈਂਪ ਡਿਊਟੀ ਦੀ ਚੋਰੀ ਹੈ। ਆਹ ਤਿੰਨ ਤਾਂ ਮੈਂ ਹੀ ਫੜ ਲਿਆ ਜੀ, ਪ੍ਰਸ਼ਾਸਨ ਸੁੱਤਾ ਪਿਆ। ਜੇ ਮੈਂ ਇੱਕ ਆਮ ਆਦਮੀ ਆਪ ਇੱਕ ਕਲਿਸਟਰ ਕਲੀਅਰ ਸਾਰੀ ਤੁਹਾਨੂੰ ਗੱਲਾਂ ਦੱਸ ਸਕਦਾ ਹੈ। ਆਹ ਤਿੰਨ ਮੈਂ ਫੜੀਆਂ ਉਹਨਾਂ ਦੀਆਂ ਰਜਿਸਟਰੀਆਂ, ਤੇ ਇਹ ਕਿੰਨੀਆਂ ਫੜ ਸਕਦੇ ਆ? ਮੈਂ ਆਲਰੇਡੀ ਆਰਟੀਏ ਪਾਈ ਇਹਨਾਂ ਤੇ ਵੀ, ਜਿੰਨੀਆਂ ਐਨਓਸੀ ਤੋਂ ਬਗੈਰ ਜਾਂ ਇਹਨਾਂ ਦੇ ਟਾਈਮ 'ਚ ਜਿੰਨੀਆਂ ਇਸ ਤਹਿਸੀਲਦਾਰ ਦੇ ਪ੍ਰਵੀਨ ਕੁਮਾਰ ਦੇ ਟਾਈਮ 'ਚ ਹੋਈਆਂ, ਸਾਨੂੰ ਸਾਰਿਆਂ ਦੀ ਕਾਪੀ ਦਿੱਤੀ ਜਾਵੇ। ਅਸੀਂ ਇਸ ਲਈ ਆਰਟੀਏ ਪਾਈ ਹੈ ਕਿਉਂਕਿ ਅਸੀਂ ਇਹਨਾਂ ਨੂੰ ਬੇਨਕਾਬ ਕਰਾਂਗੇ। ਸੂ ਸਾਹਿਬ, ਤੁਸੀਂ ਜਿਵੇਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਤੁਹਾਨੂੰ ਅਪਰੋਚ ਕਰਨ ਦੀ ਕੋਸ਼ਿਸ਼ ਨਹੀਂ ਹੋਈ ਵੀ ਸੂਦ ਨੂੰ ਚੁੱਪ ਕਰਵਾਇਆ ਜਾਵੇ? ਬਿਲਕੁਲ ਜੀ, ਮੈਂ 8 ਨੂੰ ਮੋਗਾ ਪ੍ਰੈਸ ਕਾਨਫਰੰਸ ਕੀਤੀ। ਤਹਿਸੀਲਦਾਰ ਸਾਹਿਬ ਦਾ ਇੱਕ ਬਹੁਤ ਨੇੜਲਾ ਰਿਸ਼ਤੇਦਾਰ ਮੈਨੂੰ ਖਰੀਦਣ ਆਇਆ ਸੀ, ਮੈਂ ਤੁਹਾਡੇ ਚੈਨਲ ਨੂੰ ਉਹਦੀ ਵੀਡੀਓ ਉਹ ਭੇਜ ਦਿੱਤੀ ਹੈ। ਔਰ ਤੁਸੀਂ ਬਾਕੀ ਤਹਿਸੀਲਦਾਰ ਸਾਹਿਬ ਨੂੰ ਪੁੱਛ ਲਓ ਕਿ ਵੀ ਉਹ ਬੰਦਾ ਕੌਣ ਸੀ, ਤੁਹਾਨੂੰ ਦੱਸ ਦੇਣਗੇ। ਤੁਸੀਂ ਮਾੜਾ ਪੁੱਛ ਕੇ ਦੇਖੋ ਉਹਨਾਂ ਨੂੰ ਜੀ। ਚਲੋ, ਵੈਸੇ ਇਸ ਮਾਮਲੇ ਬਾਰੇ ਵੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਤਹਿਸੀਲਦਾਰ ਸਾਹਿਬ ਦਾ ਪੱਖ ਵੀ ਲਿਆ ਜਾਵੇ। ਤਹਿਸੀਲਦਾਰ ਸਾਹਿਬ ਨਾਲ ਸਾਡੀ ਗੱਲ ਹੋਈ, ਉਹਨਾਂ ਨੇ ਕੀ ਕੁਝ ਕਿਹਾ ਇਸ ਮਾਮਲੇ ਬਾਰੇ, ਤੁਸੀਂ ਖੁਦ ਸੁਣੋ। ਪ੍ਰਵੀਨ ਸਰ, ਮੈਂ ਠਾਕੁਰ ਅਮਨਦੀਪ ਸਿੰਘ ਗੱਲ ਕਰ ਰਿਹਾ ਜੀ, ਚੰਡੀਗੜ੍ਹ ਤੋਂ ਪੱਤਰਕਾਰ ਤੇ ਖਬਰਸਾਰ ਤੋਂ। ਕੀ ਹਾਲ ਚਾਲ ਹੈ ਸਰ? ਫਾਈਨ ਸਰ, ਵਧੀਆ ਜੀ। ਓਕੇ ਸਰ, ਜਿਹੜਾ ਇਹ ਇਸ਼ੂ ਚੱਲ ਰਿਹਾ ਜੀ, ਮੰਤਰੀ ਸਾਹਿਬ ਵੀ ਆਏ ਸੀ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਹੋਈ ਹੈ ਚੰਡੀਗੜ੍ਹ ਦੇ ਵਿੱਚ। ਜੀ ਸਰ, ਇਹ ਜਿਹੜਾ ਤੁਸੀਂ 81 ਦਾ 61 ਜਾਂ 61 ਦਾ 81 ਕਰਕੇ ਕੀਤਾ ਹੈ ਜੀ, ਇਹ ਮਾਮਲਾ ਕੀ ਹੈ? ਇਹ ਸਰ ਇਹ ਜਿਹੜੇ ਐਲੀਗੇਸ਼ਨ ਮੇਰੇ ਤੇ ਸ਼੍ਰੀ ਪੰਕਜ ਸੂਦ ਵੱਲੋਂ ਲਗਾਏ ਗਏ ਨੇ, ਇਹ 2 ਰਜਿਸਟਰੀਆਂ ਨੂੰ ਉਹਨਾਂ ਨੇ ਐਲੀਗੇਸ਼ਨ ਲਾਇਆ ਵੀ ਘੱਟ ਰੇਟ ਤੇ ਜਿਹੜੀਆਂ ਇਹ ਤਸਦੀਕ ਕੀਤੀਆਂ, ਜਿਹਦੇ ਨਾਲ ਸਰਕਾਰ ਨੂੰ ਕੋਈ ਵਿੱਤੀ ਲਾਸ ਹੋਇਆ। ਇਹਦੇ ਬਾਰੇ ਸਬਮਿਸ਼ਨ ਇਹ ਆ ਵੀ ਜਿਹੜੀਆਂ ਇਹ 2 ਰਜਿਸਟਰੀਆਂ ਦੀ ਗੱਲ ਹੈ, ਉਹ ਮੇਰੇ ਵੱਲੋਂ ਵੇਚਣ ਵਾਲੇ ਤੇ ਖਰੀਦਣ ਵਾਲੇ ਜਿਹੜੇ ਹਾਜ਼ਰ ਆਏ ਸੀਗੇ, ਉਹ ਪਾਵਰ ਅਟਾਰਨੀ ਦੇ ਬੇਸ ਤੇ ਰਜਿਸਟਰੀਆਂ ਹੋਈਆਂ। ਉਹਨੂੰ ਡੀਸੀ ਦਫ਼ਤਰ ਵੱਲੋਂ ਸਟੈਂਪ ਕੀਤਾ ਗਿਆ ਸੀਗਾ ਪਾਵਰ ਅਟਾਰਨੀ ਨੂੰ ਜੀ, ਤੇ ਇਹਦੀ ਮਾਲਕੀ ਦੀ ਤਸਦੀਕ ਹੋਈ ਹੈ ਜੀ। ਇਹ ਕਲੈਕਟਰ ਕੋਡ ਜਿਹੜਾ ਫਿਕਸ ਹੈ ਉਹਦੇ ਮੁਤਾਬਕ, ਕਲੈਕਟਰ ਰੇਟ ਦੇ ਮੁਤਾਬਕ ਜਿਹੜੀ ਇਹ ਪ੍ਰਾਪਰਟੀ, ਇੱਕ ਮਿੰਟ ਪੂਰੀ ਗੱਲ ਕਰਨ ਦਿਓ ਜੀ ਸਰ ਮੈਨੂੰ ਜੀ। ਇਹ ਰੈਜ਼ੀਡੈਂਸ਼ੀਅਲ ਸੀ ਜਾਂ ਕਮਰਸ਼ੀਅਲ ਸੀ? ਉਹ ਠੀਕ ਰੇਟ ਤੇ ਰਜਿਸਟਰੀਆਂ ਤਸਦੀਕ ਹੋਈਆਂ। ਇਹ ਰੈਜ਼ੀਡੈਂਸ਼ੀਅਲ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ, ਉਹ ਜਿਹੜਾ ਕੋਡ ਲੱਗਿਆ, ਜਿਹੜਾ ਪਾਰਟੀ ਵੱਲੋਂ ਸੰਬੰਧਿਤ ਧਿਰਾਂ ਵੱਲੋਂ ਜਿਹੜੇ ਦਸਤਾਵੇਜ਼ ਪੇਸ਼ ਕੀਤੇ ਗਏ ਆ, ਉਹਦੇ ਮੁਤਾਬਕ ਜਿਹੜੀਆਂ ਠੀਕ ਰਜਿਸਟਰੀਆਂ ਤਸਦੀਕ ਹੋਈਆਂ। ਸਿੰਗਲਾ ਸਾਹਿਬ, ਕਿਹਦੇ ਮੁਤਾਬਕ? ਜਿਹੜੇ ਡਾਕੂਮੈਂਟਸ ਪੇਸ਼ ਹੋਏ ਆ ਕਲੈਕਟਰ ਰੇਟ ਮੁਤਾਬਕ, ਜਿਹੜੀ ਮਤਲਬ ਸਰ ਇਹ ਤਾਂ ਜੀਟੀ ਰੋਡ ਤੇ ਨਹੀਂ ਹੈਗੀ ਜੀ? ਨਹੀਂ ਜੀ, ਨਹੀਂ ਜੀਟੀ ਰੋਡ ਤੇ ਨਹੀਂ ਲੱਗਦੀ, ਇਹਦੀ ਬੈਕ ਸਾਈਡ ਹੈ ਸਰ। ਆਪਣੇ ਕੋਲ ਫੋਟੋ ਪਈ ਹੈ ਜੀ, ਉਹ ਸਾਫ਼ ਦਿਖਦਾ ਪਿਆ ਜੀਟੀ ਰੋਡ ਤੇ ਉਹਦਾ ਪ੍ਰੋਪਰਟੀ। ਸਰ ਇਟ ਇਜ਼ ਅ ਮੈਟਰ ਆਫ ਇਨਕੁਆਇਰੀ which is still pending with the honorable ADC sir general ji. I have given my comments upon that inquiry ji, that which is in pending before the ADC general ji Moga ji ਜੀ ਸਰ। ਤੇ ਸਰ ਇਸ ਤੋਂ ਜੇ ਮੇਰਾ ਕੋਈ ਉਹਦੇ ਵਿੱਚ ਹੋਇਆ ਤਾਂ ਮੈਂ ਜ਼ਿੰਮੇਵਾਰ ਹਾਂ ਜੀ ਉਸ ਦਾ, ਜੇ ਕੋਈ ਗਲਤ ਕੀਤਾ ਮੈਂ। ਸਰ ਗਾਂਧੀ ਰੋਡ ਦੀ
ਕਾਰਨਰ ਤੇ ਇੱਕ ਠੇਕਾ ਹੈ ਜੀ, ਉਹਨੂੰ ਖਾਲੀ ਪਲਾਟ ਨਹੀਂ, ਇਸ ਦਿਖਾ ਤਰ੍ਹਾਂ ਕੇ ਨਹੀਂ ਮੈਨੂੰ ਪਤਾ ਜੇ ਤੁਸੀਂ ਪਾਰਟਿਕੂਲਰਲੀ ਕੋਈ ਠੇਕੇ ਦੀ ਗੱਲ ਕਰਦੇ ਹੋ ਜਾਂ ਸਰ ਕੋਈ ਹੋਰ ਗੱਲ ਕਰਦੇ ਉਹਨੂੰ ਹੋ। ਖਾਲੀ ਦਿਖਾ ਕੇ ਕਿਵੇਂ? ਇਸ ਪ੍ਰਾਪਰਟੀ ਦੇ ਬਿਲਕੁਲ ਨਾਲ ਹੈ ਜੀ, ਉਹ ਤਾਂ ਬਿਲਕੁਲ ਨਹੀਂ, ਮੈਨੂੰ ਨਹੀਂ ਇਸ ਬਾਰੇ, ਮੈਂ ਕੋਈ ਤੁਹਾਡੇ ਨਾਲ ਟਿੱਪਣੀ ਨਹੀਂ, ਇਸ ਮੈਟਰ ਇਜ਼ ਇਨ ਇਨਕੁਆਰੀ ਤੇ ਜਿਹੜੇ ਇਨਕੁਆਰੀ ਦੇ ਆਊਟਕਮ ਹੈ ਉਹ ਮੈਂ ਕਹਿ ਰਿਹਾ ਜੀ ਲੱਗੂ। ਉਹ ਠੇਕਾ ਜਿਹੜੀ ਗੱਲ ਕਰ ਰਹੇ ਆ ਉਹ ਵੀ ਦੇ ਨਾਲ ਹੀ ਬਿਲਕੁਲ। ਮੈਨੂੰ ਨਹੀਂ ਪਤਾ ਵੀ ਕਿਹੜਾ ਠੇਕਾ ਨਾਲ ਲੱਗਦਾ ਸਰ। ਅੱਛਾ, ਉਹ ਠੇਕਾ ਬਣਿਆ ਹੋਇਆ ਜੀ, ਉਹਨੂੰ ਵੀ ਉਹ ਤੁਸੀਂ ਕਹਿ ਰਹੇ ਹੋ ਸਰ, ਮੈਨੂੰ ਨਹੀਂ ਪਤਾ। ਜਿਹੜੀਆਂ ਮੈਂ ਪ੍ਰਾਪਰਟੀ ਤੁਹਾਡਾ ਦੀਆਂ ਸ਼ਹਿਰ ਹੈ, ਮੈਂ ਚੰਡੀਗੜ੍ਹ ਬੈਠਾ ਜੀ, ਮੈਨੂੰ ਪਤਾ ਹੈ। ਤੁਸੀਂ ਤੁਹਾਡੇ ਸ਼ਹਿਰ ਤੋਂ ਤੁਹਾਨੂੰ ਨਹੀਂ ਪਤਾ ਜੀ? ਨਹੀਂ, ਮੈਂ ਨਹੀਂ, ਹਰ ਇੱਕ ਚੀਜ਼ ਦਾ ਨਹੀਂ ਨਾ ਪਤਾ ਹੁੰਦਾ ਤਹਿਸੀਲਦਾਰ ਨੂੰ ਵੀ ਕਿਹੜੀ ਚੀਜ਼ ਕਿੱਥੇ ਬਣੀ ਹੋਈ ਹੈ ਜੀ। ਓਕੇ ਸਰ, ਇੱਕ ਦਿਨ ਚ ਕਿੰਨੀਆਂ ਰਜਿਸਟਰੀਆਂ ਹੁੰਦੀਆਂ ਸਰ ਨਾਰਮਲੀ ਅਪਰੋਕਸੀਮੇਟ ਔਨ ਐਨ ਐਵਰੇਜ? 25-30 ਜੀ ਹੋ ਜਾਂਦੀਆਂ। ਹਾਂਜੀ। ਓਕੇ ਸਰ, ਜਿਹਨਾਂ ਨੇ ਇਹ ਰਜਿਸਟਰੀ ਕਰਵਾਈ ਹੈ, ਜਿਹਦਾ ਰੌਲਾ ਪਿਆ ਜੀ ਹੁਣ ਵੀ 61 ਦੀ 81 ਜਾਂ ਫਿਰ ਰੈਜ਼ੀਡੈਂਸ਼ੀਅਲ ਜਿਹੜੀ ਸੀਗੀ ਉਹਨੂੰ ਕਮਰਸ਼ੀਅਲ ਜਾਂ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਕਰਕੇ ਕੀਤਾ ਹੈ, ਉਹ ਰਜਿਸਟਰੀ ਕਰਵਾਈ ਕਿੰਨੀ ਹੈ ਜੀ? ਕੌਣ ਬੰਦੇ ਕੌਣ ਨੇ ਜੀ? ਉਹਦੇ ਬਾਰੇ ਜਿਹੜੀ ਡਿਟੇਲ ਰਿਪੋਰਟ ਹੈ ਜਿਹੜੀ ਉਹ ਹੁਣ ਔਨ ਪੇਪਰ 'ਚ ਹੈ ਜੀ। ਹੁਣ ਮੇਰੇ ਬੰਦੇ ਕੌਣ ਨੇ ਤੁਹਾਡੇ? ਕੋਈ ਰਿਸ਼ਤੇਦਾਰ? ਮੇਰੇ ਕੋਈ ਨੋਨ ਨਹੀਂ, ਮੈਨੂੰ ਉਹ ਡਾਕੂਮੈਂਟਸ ਦੀ ਗੱਲ ਹੈ। ਡਾਕੂਮੈਂਟਸ ਹੁਣ ਮੈਂ ਦਫ਼ਤਰ 'ਚ ਨਹੀਂ ਹੈਗਾ, ਨਹੀਂ ਮੈਂ ਤੁਹਾਨੂੰ ਦੇਖ ਕੇ ਵੀ ਦੱਸ ਦਿੰਦਾ। ਸਰ, ਜਿਹੜੇ ਵੀਡੀਓ ਵਿੱਚ ਰਵਿੰਦਰ ਸਿੰਘ ਨੇ ਉਹ ਕੌਣ ਨੇ? ਕਿਹੜੇ ਵੀਡੀਓ ਦੇ ਵਿੱਚ? ਰਵਿੰਦਰ ਸੀਏ। ਮੈਨੂੰ ਨਹੀਂ ਪਤਾ ਜੀ ਕੌਣ ਹੈ ਰਵਿੰਦਰ ਸੀਏ ਜੀ, ਜਿਹੜੇ ਪੈਸੇ ਦੇਣ ਗਏ ਸੀ ਮੇਰੇ ਖਿਆਲ 'ਚ। ਮੈਨੂੰ ਕੀ ਪਤਾ ਜੀ, ਮੈਨੂੰ ਨਹੀਂ ਪਤਾ। ਤੁਹਾਡਾ ਕੋਈ ਰਿਸ਼ਤਾ ਹੈ ਉਹਨਾਂ ਨਾਲ? ਨਹੀਂ, ਕੋਈ ਵੀ ਨਹੀਂ ਰਿਸ਼ਤਾ? ਨਹੀਂ, ਦੱਸੋ ਮੈਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਤਾਂ ਮੇਰੇ ਤੇ ਇਨਕੁਆਇਰੀ ਕਰ ਰਹੇ ਹੋ ਜਿਸ ਤਰ੍ਹਾਂ। ਸਰ, ਹੁਣ ਮੈਂ ਪੱਤਰਕਾਰ ਦਾ ਸਵਾਲ ਹੀ ਪੁੱਛਾਂਗਾ ਜੀ, ਹੋਰ ਮੈਂ ਤੁਹਾਨੂੰ ਹਾਈ ਹੈਲੋ ਕੋਈ ਗੱਲ ਨਹੀਂ, ਦੱਸੋ ਤੁਸੀਂ। ਮੈਂ ਇਹ ਬੇਨਤੀ ਕਰ ਰਿਹਾ ਸਰ, ਜਿਹੜੇ ਰਵਿੰਦਰ ਸੀਏ ਜੀ ਗਏ ਸੀ, ਪੈਸੇ ਆਫਰ ਕਰ ਰਹੇ ਸੀ ਪੰਗਤ ਸੂਦ ਸਾਹਿਬ ਨੂੰ, ਉਹਨਾਂ ਨੇ ਸੀਸੀਟੀਵੀ ਫੁਟੇਜ ਉਹਦੀ ਜਾਰੀ ਕੀਤੀ ਹੈ। ਮੈਨੂੰ ਨਹੀਂ ਪਤਾ ਜੀ ਇਸ ਬਾਰੇ। ਨਹੀਂ, ਰਵਿੰਦਰ ਸੀਏ ਜੀ ਨਾਲ ਤੁਹਾਡਾ ਕੋਈ ਰਿਸ਼ਤਾ ਹੈਗਾ ਜੀ? ਮੈਨੂੰ ਨਹੀਂ ਪਤਾ ਜੀ ਇਸ ਬਾਰੇ ਤੁਹਾਡਾ ਵੀ ਉਹ ਰਿਸ਼ਤਾ ਗਏ ਸੀ ਹੈਗਾ ਕਿ ਨਹੀਂ, ਮੈਂ ਇਹ ਪੁੱਛ ਰਿਹਾ ਸਰ। ਹਾਂ, ਦੂਰੋਂ ਨੇੜੋਂ ਰਿਸ਼ਤੇਦਾਰੀ ਹੈ ਜੀ। ਦੂਰੋਂ ਕਿ ਨੇੜਿਓਂ ਸਰ? ਹੈ ਨਹੀਂ ਜੀ ਸਰ, ਇਹ ਮੇਰੀ ਤਾਂ ਤੁਸੀਂ ਇਸ ਢੰਗ ਨਾਲ ਤਾਂ ਤੁਸੀਂ ਮੈਨੂੰ ਇਹ ਮੇਰੇ ਰਿਸ਼ਤੇ ਹੈ, ਮਤਲਬ ਜੋ ਵੀ ਹੈ। ਸਰ, ਮੈਂ ਪੁੱਛ ਰਿਹਾ ਜੀ, ਮੈਂ ਸਵਾਲ ਹੈ ਜੀ, ਇਹ ਉਹ ਪੈਸੇ ਆਫਰ ਕਰਨਗੇ ਨਹੀਂ ਤੁਹਾਡੀ ਰਿਸ਼ਤੇਦਾਰੀ ਚ? ਨਹੀਂ ਜੀ, ਨਹੀਂ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਤੁਸੀਂ ਮੇਰੇ ਤੇ ਇਸ ਗੱਲ ਦਾ ਐਲੀਗੇਸ਼ਨ ਲਾ ਰਹੇ ਹੋ। ਤੁਹਾਡੇ ਰਿਸ਼ਤੇਦਾਰ ਨਹੀਂ ਹੈਗੇ ਰਵਿੰਦਰ ਸੀਏ ਜੀ? ਮੇਰੇ ਰਿਸ਼ਤੇਦਾਰ ਹੈਗੇ ਆ ਜੀ। ਅੱਛਾ ਜੀ, ਪਹਿਲਾਂ ਤੁਸੀਂ ਕਹਿ ਰਹੇ ਸੀ ਹੈਗੇ ਨਹੀਂ। ਨਹੀਂ, ਮੇਰੇ ਦੂਰ ਦੇ ਰਿਸ਼ਤੇਦਾਰ ਹੈ। ਅੱਛਾ, ਕੀ ਲੱਗਦੇ ਨੇ ਜੀ ਤੁਹਾਡੇ? ਤੁਸੀਂ ਦੱਸੋ ਕੀ ਕਰਨਾ ਜੀ ਇਸ ਗੱਲ ਤੇ? ਸਰ, ਨਹੀਂ, ਉਹ ਪੈਸੇ ਆਫਰ ਕਰਨ ਗਏ ਨੇ ਜੀ, ਪੈਸੇ ਉਹਨਾਂ ਨੇ ਨਹੀਂ, ਮੈਂ ਨਹੀਂ, ਕੋਈ ਉਹ ਉਹਨਾਂ ਨੂੰ ਪੁੱਛੋ ਜੀ। ਹਾਂਜੀ, ਤੁਹਾਡੇ ਰਿਸ਼ਤੇਦਾਰ ਨੇ ਜੀ ਉਹ? ਇਹ ਤਾਂ ਸੀ ਤਹਿਸੀਲਦਾਰ ਸਾਹਿਬ ਦਾ ਪੱਖ। ਇਸ ਮਾਮਲੇ 'ਚ ਫਿਰ ਅਸੀਂ ਕੋਸ਼ਿਸ਼ ਕੀਤੀ ਏਡੀਸੀ ਸਾਹਿਬ ਨਾਲ ਗੱਲਬਾਤ ਕਰਨ ਦੀ। ਏਡੀਸੀ ਸਾਹਿਬ ਵੱਲੋਂ ਸ਼ਾਇਦ ਰੁਝੇਵਿਆਂ ਕਰਕੇ ਫੋਨ ਪਿਕ ਨਹੀਂ ਕੀਤਾ ਗਿਆ। ਫਿਰ ਸਾਡੀ ਗੱਲ ਹੋਈ ਮਾਣਯੋਗ ਡੀਸੀ ਸਾਹਿਬ ਦੇ ਨਾਲ। ਡੀਸੀ ਸਾਹਿਬ ਨੇ ਕੀ ਕੁਝ ਕਿਹਾ, ਤੁਸੀਂ ਇੱਕ ਵਾਰ ਉਹ ਵੀ ਜ਼ਰੂਰ ਸੁਣੋ। ਸਰ, ਇੱਕ ਜਿਹੜਾ ਤੁਹਾਨੂੰ ਪਤਾ ਹੀ ਹੈ, ਪਰਸੋਂ ਜਿੰਪਾ ਜੀ ਆਏ ਸੀ ਮਿਨਿਸਟਰ ਸਾਹਿਬ, ਤੇ ਉਸ ਤੋਂ ਬਾਅਦ ਇਨਕੁਆਇਰੀ ਜਿਹੜੀ ਤਹਿਸੀਲਦਾਰ ਸਾਹਿਬ ਦੀ ਮੇਰੇ ਖਿਆਲ ਪ੍ਰਵੀਨ ਕੁਮਾਰ ਸਿੰਗਲਾ ਜੀ ਨਾਮ ਹੈ ਉਹਨਾਂ ਦਾ, ਉਹਨਾਂ ਨਾਲ ਵੀ ਗੱਲ ਕੀਤੀ। ਉਹਦਾ ਵਿੱਚੋਂ ਹੀ ਫੋਨ ਕੱਟ ਗਏ ਜੀ ਪੂਰਾ, ਉਹਨਾਂ ਨੇ ਜਵਾਬ ਵੀ ਨਹੀਂ ਦਿੱਤਾ ਤੇ ਏਡੀਸੀ ਸਾਹਿਬ ਨੇ ਫੋਨ ਸਰ ਪਿਕ ਨਹੀਂ ਕੀਤਾ। ਤੇ ਸਰ, ਉਹ ਇਨਕੁਆਇਰੀ ਦਾ ਕੁਝ ਹੋਇਆ ਜੀ? ਬਣ ਗਈ ਹੈ ਰਿਪੋਰਟ ਉਹਦੀ? ਉਹ ਇਨਕੁਆਇਰੀ ਏਡੀਸੀ ਸਾਹਿਬ ਨੇ ਕੀਤੀ ਸੀਗੀ, ਉਹ ਕਰ ਦਿੱਤੀ ਹੈ ਇਨਕੁਆਇਰੀ। ਕੱਲ ਸ਼ਾਮ ਨੂੰ ਭੇਜ ਵੀ ਦਿੱਤੀ ਸੀ ਐਸਸੀਆਰ ਸਾਹਿਬ ਨੂੰ ਜੀ ਸਰ। ਉਹਦੇ ਵਿੱਚ ਜਿਵੇਂ ਅਲੈਜ ਕੀਤਾ ਜਾ ਰਿਹਾ ਸੀ ਨਾ ਕੰਪਲੇਨੈਂਟ ਵੱਲੋਂ ਕਿ ਜੀ ਆਲਮੋਸਟ 2 ਕਰੋੜ ਦਾ ਫਰਾਡ ਹੋ ਗਿਆ ਜੀ, ਜਾਂ ਪਬਲਿਕ ਐਕਸਚੇਕਰ ਚੋਂ ਪੈਸੇ ਘਟ ਗਏ ਹੈ ਨਾ, ਉਦਾਂ ਦਾ ਕੁਝ ਨਹੀਂ ਹੋਇਆ ਹੈਗਾ। ਉਹ ਬਾਈ ਐਂਡ ਲਾਰਜ ਸਹੀ ਸੀ। ਮਾੜਾ ਮੋਟਾ ਉਹ 26-27 ਹਜ਼ਾਰ ਦਾ, ਮੈਨੂੰ ਹੁਣ ਐਗਜ਼ੈਕਟ ਅਮਾਊਂਟ ਨਹੀਂ ਪਤਾ ਹੈਗੀ, ਉਹਨਾਂ ਕੁ ਫਰਕ ਜ਼ਰੂਰ ਪਿਆ। ਉਹ ਜਦੋਂ ਇੰਨਾ ਫਰਕ ਆ ਜਾਂਦਾ ਨਾ ਕਦੇ ਆਪਾਂ ਸਟੈਂਪ ਪੇਪਰ ਦੀ ਇਸ ਦੇ ਵਿੱਚ ਲਾਉਣ ਦੇ ਵਿੱਚ ਰਜਿਸਟਰੀ ਦੇ ਵਿੱਚ, ਤਾਂ ਉਹਨਾਂ ਕੋ ਕਮੀ ਸਟਾਮ ਕਹਿ ਕੇ ਪੂਰਾ ਵੀ ਕੀਤਾ ਜਾਂਦਾ, ਮਤਲਬ ਉਹ ਨੋਟਿਸ ਕੱਢਦੇ ਨੇ, ਅਗਲਾ ਫਿਰ ਜਮ੍ਹਾਂ ਕਰਾਉਂਦਾ ਜੀ। ਡੀਸੀ ਸਾਹਿਬ, ਲੇਕਿਨ ਚੋਰੀ ਤਾਂ 1 ਰੁਪਏ ਦੀ ਹੋਵੇ ਜਾਂ 1000 ਰੁਪਏ ਦੀ ਜਾਂ 1 ਕਰੋੜ ਦੀ, ਨਹੀਂ, ਉਹ ਏਦਾਂ ਨਹੀਂ ਹੈ। ਉਹ ਇੰਟੈਂਸ਼ਨਲ ਚੋਰੀ ਨਹੀਂ, ਉਹ ਕਈ ਵਾਰੀ ਕੋਈ ਕੈਟੇਗਰਾਈਜੇਸ਼ਨ ਨੂੰ ਗਲਤ ਪੜ ਜਾਂਦਾ, ਕਿਉਂਕਿ ਰਜਿਸਟ੍ਰੇਸ਼ਨ ਵਾਲੇ ਅਧਿਕਾਰੀ ਨੇ ਨਹੀਂ ਦੇਖਿਆ ਹੈਗਾ, ਉਹਨੇ ਰਜਿਸਟਰੀ ਕੀਤੀ ਹੈ। ਜਿਹੜੇ ਬੰਦੇ ਨੇ ਮੈਪ ਬਣਾ ਕੇ ਦਿੱਤਾ, ਉਹਨੇ ਬਣਾ ਕੇ ਦਿੱਤਾ ਵੀ A ਪੁਆਇੰਟ ਤੋਂ B ਪੁਆਇੰਟ ਤੱਕ ਮੇਰਾ 100 ਫੁੱਟ ਦੂਰ ਹੈ, ਬਟ ਉਹ 99 ਰਹਿ ਗਿਆ ਹੈ ਨਾ। ਜਿਹੜਾ 1 ਫੁੱਟ ਦਾ ਉਹ 6 ਸਰਸਾਈਆਂ ਹੀ ਹੈਗੀ ਉਹਦੇ ਚ ਜਗ੍ਹਾ, ਉਹ 6 ਸਰਸਾਈਆਂ ਜਿਹੜੀਆਂ ਜਗ੍ਹਾ ਉਹ 100 ਫੁੱਟ ਦੇ ਅੰਦਰ ਆਉਂਦੀ ਸੀ, ਉੱਥੇ ਹੋਰ ਰੇਟ ਲੱਗਦਾ ਸੀ। 100 ਫੁੱਟ ਤੋਂ ਬਾਹਰ ਜਿਹੜੀ ਬਾਕੀ ਸਾਰੀ ਸੀਗੀ ਉਹਦਾ ਹੋਰ ਰੇਟ ਲੱਗਣਾ ਸੀ। ਉਹਨਾਂ ਨੇ ਬਾਕੀ ਦਾ ਲਾਇਆ, ਥੋੜਾ ਜਿਹਾ ਫਰਕ ਪੈ ਗਿਆ। ਬੇਸਿਕਲੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਵੀ ਹੋਈ ਹੈ ਪੰਕਜ ਸੂਦ ਜੀ ਉਹਨਾਂ ਵੱਲੋਂ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕਮਰਸ਼ੀਅਲ ਪ੍ਰਾਪਰਟੀ ਸੀ ਜਿਸ ਨੂੰ ਰੈਜ਼ੀਡੈਂਸ਼ੀਅਲ ਕਰਕੇ ਵੇਚਿਆ ਗਿਆ, ਮੇਨ ਰੋਡ ਦੇ ਬਿਲਕੁਲ ਨਾਲ ਲੱਗਦੀ ਹੈ ਜੀ ਇਹ। ਯਾਰ, ਇਹ ਤਾਂ ਉਹਨਾਂ ਦੀ ਐਲੀਗੇਸ਼ਨ ਸੀ ਨਾ, ਇਸੇ ਦੀ ਤਾਂ ਇਨਕੁਆਇਰੀ ਹੋਈ, ਉਸੇ ਦੀ ਰਿਪੋਰਟ ਗਈ, ਉਹ ਵੀ ਮੈਂ ਤੁਹਾਨੂੰ ਦੱਸ ਰਿਹਾ। ਹਾਂਜੀ, ਨਹੀਂ, ਮਤਲਬ ਉਹ ਸਰ ਕਮਰਸ਼ੀਅਲ ਨਹੀਂ ਸੀ? ਨਹੀਂ, ਕਮਰਸ਼ੀਅਲ ਖਾਲੀ ਪਈ ਆ, ਸੜਕ ਜਾਂਦੀ ਹੈ, ਸੜਕ ਦੇ ਨਾਲ ਇੱਕ ਪਲਾਟ ਹੈਗਾ A, ਮਤਲਬ ਮੈਂ ਤੁਹਾਡੀ ਸਮਝ ਲਈ ਦੱਸ ਰਿਹਾ, ਪਲਾਟ ਉਹ ਇੱਕੋ ਹੀ ਹੈਗਾ, ਪਰ ਇੱਕ A ਪਲਾਟ ਹੈਗਾ, ਇੱਕ ਉਹਦਾ ਪਿਛਲਾ ਪਾਸਾ B ਪਲਾਟ ਹੈ। ਮੰਨ ਲਓ 200 ਫੁੱਟ ਹੈਗਾ ਸੜਕ ਤੋਂ, 100 ਫੁੱਟ A ਹੋ ਗਿਆ, 100 ਫੁੱਟ B ਹੋ ਗਿਆ।
ਇਹ 20 ਦੇ ਵਿੱਚੋਂ ਵੇਚੀ ਗਈ ਹੈ, 20 ਦੇ ਵਿੱਚ ਰਜਿਸਟਰੀ ਹੋਈ ਹੈ, 100 ਫੁੱਟ ਮੂਰੇ ਖਾਲੀ ਪਿਆ, 100 ਫੁੱਟ ਮੂਰੇ ਕਮਰਸ਼ੀਅਲ ਹੁੰਦਾ। ਓਕੇ ਸਰ, ਇਹਦੇ ਨਾਲ ਹੀ ਨਾ ਇੱਕ ਠੇਕਾ ਪੈਂਦਾ ਹੈ ਜੀ, ਠੇਕੇ ਦੀ ਜ਼ਮੀਨ ਨੂੰ ਖਾਲੀ ਦਿਖਾ ਕੇ ਮਗੇ ਪ੍ਰਵੀਨ ਕੁਮਾਰ ਸਿੰਗਲਾ ਸਾਹਿਬ ਨੇ ਹੀ ਰਵੀ ਜੀ ਨੂੰ ਇਹ ਯਾਰ ਇਹ ਸਾਰੀਆਂ ਚੀਜ਼ਾਂ ਨਾ ਇਨਕੁਆਇਰੀ ਆਫੀਸਰ ਨੂੰ ਪੁੱਛ ਲਓ। ਮੈਂ ਤਾਂ ਇਨਕੁਆਇਰੀ ਮਾਰਕ ਕੀਤੀ ਸੀਗੀ, ਉਹਨਾਂ ਨੇ ਇਨਕੁਆਇਰੀ ਕਰਤੀ, ਜਿੰਨਾ ਮੈਨੂੰ ਪਤਾ ਮੈਂ ਉਹ ਦੱਸਦਾ। ਤੁਸੀਂ ਤਾਂ ਹੁਣ ਇਹ ਕਹੋਗੇ ਵੀ ਡੀਸੀ ਨੇ ਆਹ ਕਿਹਾ, ਇਨਕੁਆਇਰੀ ਦੇ ਵਿੱਚ ਆਹ ਆਇਆ, ਅਲੈਜ ਕਰਨ ਵਾਲਾ ਆਹ ਕਹਿੰਦਾ, ਫਿਰ ਮੇਰਾ ਹੀ ਫਰਕ ਪੈ ਜਾਊਗਾ। ਨਹੀਂ ਸਰ, ਅਸੀਂ ਇਹ ਕਹਾਂਗੇ ਵੀ ਏਡੀਸੀ ਸਾਹਿਬ ਨੇ ਫੋਨ ਨਹੀਂ ਚੱਕਿਆ ਜੀ, ਜਿਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਫੋਨ ਕੀਤਾ ਤੇ ਉਹਨਾਂ ਨੇ ਇਹ ਦੱਸਿਆ, ਦੈਟਸ ਇਟ। ਜੋ ਅਸੀਂ ਕੁਝ ਕੱਟਣਾ ਨਹੀਂ ਹੈ, ਜੋ ਤੁਸੀਂ ਕਿਹਾ ਅਸੀਂ ਉਹੀ ਲਾ ਦੇਣੀ ਹੈ ਗੱਲ। ਮੇਰਾ ਨਾ ਸੁਭਾਅ ਹੈਗਾ, 10 ਸਾਲਾਂ ਦਾ ਮੈਂ ਸਰਵਿਸ ਚ ਹਾਂ, ਮੈਂ ਹਮੇਸ਼ਾ ਸੱਚੀ ਜੀ ਗੱਲ ਕਰ ਦੇਣਾ ਜੋ ਵੀ ਹੁੰਦੀ ਹੈ। ਸਰ ਉਹੀ ਅਫਸਰ ਪਸੰਦ ਹੁੰਦੇ ਸਾਰਿਆਂ ਨੂੰ ਜੀ, ਜਿਹੜਾ ਸਿੱਧਾ ਤੇ ਸਪਸ਼ਟ ਗੱਲ ਕਰਦਾ ਹੋਵੇ ਜੀ। ਹਾਂਜੀ ਹਾਂ। ਨਹੀਂ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਓਕੇ, ਥੈਂਕ ਯੂ ਸੋ ਮਚ। ਤਾਂ ਇਹ ਸੀ ਡੀਸੀ ਸਾਹਿਬ ਦਾ ਪੱਖ। ਸੂ ਸਾਹਿਬ ਤੁਸੀਂ ਸੁਣਿਆ ਤਹਿਸੀਲਦਾਰ ਸਾਹਿਬ ਨੇ ਕੀ ਕੁਝ ਕਿਹਾ ਹੈ, ਤੇ ਉਸ ਤੋਂ ਬਾਅਦ ਏਡੀਸੀ ਸਾਹਿਬ ਨੇ ਫੋਨ ਨਹੀਂ ਪਿਕ ਕੀਤਾ, ਸ਼ਾਇਦ ਬਿਜ਼ੀ ਹੋਣਗੇ। ਡੀਸੀ ਸਾਹਿਬ ਨੇ ਵੀ ਕੀ ਕੁਝ ਕਿਹਾ ਹੈ। ਤਹਿਸੀਲਦਾਰ ਸਾਹਿਬ ਤਾਂ ਰਿਸ਼ਤੇਦਾਰ ਹੀ ਮੁੱਕਰ ਗਏ ਜੀ ਮੇਰੇ ਹਿਸਾਬ ਨਾਲ, ਹਨਾ। ਚਲੋ ਕੋਈ ਗੱਲ ਨਹੀਂ, ਉਹ ਤਾਂ ਸਾਰੇ ਸ਼ਹਿਰ ਨੂੰ ਹੀ ਪਤਾ ਹੈ, ਹੁਣ ਤਾਂ ਸਾਰੇ ਸਟੇਟ ਮੀਡੀਆ ਨੂੰ ਪਤਾ ਲੱਗ ਹੀ ਗਿਆ ਰਿਸ਼ਤੇਦਾਰੀ ਕੀ ਹੈ। ਮੈਂ ਜਿਹੜੇ ਡੀਸੀ ਸਾਹਿਬ ਨੂੰ ਵੀ ਇਸ ਦੇ ਥੋੜਾ ਜਿਹਾ ਉਹਨਾਂ ਨੂੰ ਵੀ ਅੰਧੇਰੇ 'ਚ ਰੱਖਿਆ ਜਾ ਰਿਹਾ। ਲੇਕਿਨ ਹਨੇਰੇ 'ਚ ਨਹੀਂ, ਕਿਉਂਕਿ ਤਹਿਸੀਲਦਾਰ ਸਾਹਿਬ ਕਹਿੰਦੇ ਪਾਵਰ ਆਫ ਅਟਰਨੀ ਦੇ ਵਿੱਚ ਜੋ ਕੁਝ ਲਿਖਿਆ ਸੀ ਅਸੀਂ ਉਹਦੇ ਹਿਸਾਬ ਨਾਲ ਕੀਤਾ। ਬਿਲਕੁਲ ਜੀ, ਮੈਂ ਚੈਲੰਜ ਕਰਦਾ ਜੀ ਪਾਵਰ ਅਟਰਨੀ ਦਾ ਵੀ। ਉਹਦੇ ਦੋਨੋਂ ਪੇਜ ਆ ਜਿਹੜੇ ਫਰੰਟ ਦੇ, ਉਹਨਾਂ ਦੋਨੋਂ ਪੇਜਿਸ ਦੇ ਉੱਪਰ ਨਾ ਸਿਗਨੇਚਰ ਹੈ, ਨਾ ਇੰਡੀਅਨ ਕੌਂਸੂਲੇਟ ਅਮਰੀਕਾ ਦੇ ਮੋਹਰ ਲੱਗੀ ਹੋਈ ਹੈ। ਆਪਾਂ ਇੱਕ ਨੋਟਰੀ ਆਫਿਸ, ਜੇ ਆਪਾਂ ਇੱਥੇ ਵੀ ਜਾ ਕੇ ਕਿਸੇ ਵਕੀਲ ਸਾਹਿਬ ਕੋਲ ਨੋਟਰੀ ਕਰਾਉਣ ਜਾਂਦੇ ਆ, ਹਰੇਕ ਪੇਜ ਤੇ ਮੋਹਰ ਲਾ ਕੇ ਟੈਸਟ ਕਰਦੇ ਆ। ਔਰ ਜੇ ਇੰਡੀਆ 'ਚ ਵੀ ਪਾਵਰ ਅਟਰਨੀ ਬਣਦੀ ਹੈ, ਦੇਣ ਵਾਲੇ ਦੇ ਗਵਾਹ ਦੇ ਤੇ ਜਿਹਨੂੰ ਉਹ ਦਿੱਤੀ ਹੈ ਪਾਵਰ ਅਟਰਨੀ, ਉਹਦੇ ਸਿਗਨੇਚਰਸ ਹੁੰਦੇ ਆ। ਇਹਦੇ ਪਹਿਲੇ 2 ਪੇਜਾਂ ਤੇ ਕੋਈ ਸਿਗਨੇਚਰਸ ਨਹੀਂ ਹੈ। ਇਹਨਾਂ ਨੇ ਕਿਉਂ ਨਹੀਂ ਚੈੱਕ ਕੀਤੀ? ਕ੍ਰਿਸਟਕ ਦੇ ਸ਼ੀਸ਼ੇ ਵਰਗਾ ਮਾਮਲਾ, ਆਰ ਪਾਰ ਤੁਸੀਂ ਦੇਖ ਸਕਦੇ ਹੋ। ਅਸੀਂ ਇੱਕ ਆਮ ਬੰਦਾ ਇਸ ਨੂੰ ਲੱਭ ਸਕਦਾ ਤੇ ਇਹ ਨਹੀਂ ਲੱਭ ਸਕਦੇ। ਇਹ ਕਹਿੰਦੇ ਕਿਵੇਂ ਡੀਸੀ ਸਾਹਿਬ ਕਹਿ ਰਹੇ ਪਾਵਰ ਅਟਰਨੀ ਦੇ ਬੇਸ ਤੇ, ਤਹਿਸੀਲਦਾਰ ਕਿਵੇਂ ਕਹਿ ਰਹੇ ਜੋ ਪਾਵਰ ਅਟਰਨੀ ਜਾਲੀ ਹੈ। ਅਸੀਂ ਕਹਿੰਦੇ ਜਾਲੀ ਹੈ, ਸ਼ੋਅ ਕਰਨ, ਪਬਲਿਕ ਦੇ ਮੂਹਰੇ ਆਉਣ। ਚਲੋ ਅਸੀਂ ਡੀਸੀ ਆਪਣਾ ਤਹਿਸੀਲਦਾਰ ਸਾਹਿਬ ਦੀ ਗੱਲ ਮੰਨ ਵੀ ਲੈਣੀ ਹੈ ਵੀ ਪਾਵਰ ਅਟਰਨੀ ਠੀਕ ਹੈ, ਹੋ ਸਕਦਾ ਪਹਿਲੇ ਪੇਜਾਂ ਦੇ ਨਾ ਸਟੈਂਪ ਲੱਗਦੀ ਹੋਵੇ, ਆਖਰੀ ਤੇ ਇੱਕ ਤੇ ਹੀ ਪੇਜ ਤੇ ਲੱਗਦੀ ਹੋਵੇ, ਲੇਕਿਨ ਉਹਦੇ ਹਿਸਾਬ ਨਾਲ ਕੀ ਇਹ ਠੀਕ ਹੋਇਆ? ਬਿਲਕੁਲ ਨਹੀਂ। ਆਹ ਦੇਖੀਏ ਜੀ, ਮੈਂ ਤੁਹਾਨੂੰ ਇੱਕ ਹੋਰ ਦਿਖਾਣਾ ਹੈ। ਇਹਨਾਂ ਨੇ ਇੱਕ ਬੋਗਸ ਰਿਪੋਰਟ ਬਣਾ ਕੇ FCR ਨੂੰ ਭੇਜੀ ਹੈ, ਰੈਵਨਿਊ ਡਿਪਾਰਟਮੈਂਟ ਦੇ ਸੀਨੀਅਰ ਆਫੀਸਰ ਨੂੰ ਇੱਕ ਬੋਗਸ ਰਿਪੋਰਟ ਬਣਾ ਕੇ ਭੇਜੀ ਹੈ। ਹੁਣ ਤੁਸੀਂ ਇਹ ਦੇਖੋ, ਇਹ 24/67 ਪ੍ਰਾਪਰਟੀ ਹੈ। ਇਹ ਕਹਿੰਦੇ ਜੀ ਅਸੀਂ ਆਹ 24/71 ਚੋਂ 45 ਮਰਲੇ ਦਾ ਕਬਜ਼ਾ ਲੈ ਲਿਆ। ਫਿਰ ਤੁਸੀਂ 24/67 ਦੀ ਰਜਿਸਟਰੀ ਕਿਉਂ ਕਰਾਈ? ਫਿਰ ਆਹ ਜਿਹੜਾ ਰਸਤਾ ਦਿਖਾ ਰਿਹਾ, ਨਾ ਤਾਂ ਭਾਈ ਸਾਹਿਬ ਇਹਨਾਂ ਨੇ ਰਜਿਸਟਰੀ 'ਚ ਰਸਤਾ ਰੱਖਿਆ, ਨਾ ਇਹਨਾਂ ਰਜਿਸਟਰੀ 'ਚ ਬੋਲਿਆ ਕਿ ਜਾਂ ਲਿਖਿਆ ਵੀ ਅਸੀਂ 24/71 ਦਾ ਕਬਜ਼ਾ ਲੈਣਾ ਹੈ। ਠੀਕ ਹੈ ਜੀ। 24 ਰੌਲਾ ਕੀ ਹੈ ਜੀ? ਅਸੀਂ ਕਹਿ ਰਹੇ ਹਾਂ ਇਹਨਾਂ ਨੇ ਸਟੈਂਪ ਡਿਊਟੀ ਦੀ ਚੋਰੀ ਕੀਤੀ ਹੈ, ਨਾ ਕਿ ਅਸੀਂ ਕਬਜ਼ੇ ਦੀ ਗੱਲ ਕਰ ਰਹੇ ਹਾਂ। FCR ਨੂੰ ਰਿਪੋਰਟ ਇਹਨਾਂ ਨੇ ਕਬਜ਼ੇ ਦੀ ਭੇਜੀ ਹੈ। ਹੁਣ ਗੱਲ ਦੇਖੋ ਕਿੱਧਰ ਨੂੰ ਜਾਂਦੀ ਹੈ। ਤੁਹਾਨੂੰ ਦਾਲ 'ਚ ਕਾਲਾ ਨਹੀਂ ਲੱਗਦਾ ਕਿ ਦਾਲ ਹੀ ਕਾਲੀ? ਇਹ ਮਤਲਬ ਜਿਹੜੀ ਡਾਟਡ ਲਾਈਨ ਹੈ, ਇਹ ਸ਼ੋਅ ਕੀਤਾ ਜਾ ਰਿਹਾ ਵੀ ਅਸੀਂ ਕਬਜ਼ਾ ਇਸ ਏਰੀਆ ਦਾ ਲਿਆ। ਬਿਲਕੁਲ ਜੀ, ਬਿਲਕੁਲ। ਸਟੈਂਪ ਡਿਊਟੀ ਕਬਜ਼ੇ ਤੇ ਥੋੜੇ ਨਾ ਹੁੰਦੀ ਹੈ। ਸਟੈਂਪ ਡਿਊਟੀ ਤਾਂ ਹੁੰਦੀ ਹੈ ਜਦੋਂ ਤੁਸੀਂ ਰਜਿਸਟਰੀ ਕਰਵਾਈ ਹੈ। ਹੁਣ ਇਹ ਪੜ੍ਹੇ ਲਿਖੇ ਲੋਕ ਨੇ ਕੀ ਨੇ ਵੀ ਸਟੈਂਪ ਡਿਊਟੀ ਉਦੋਂ ਪੇ ਕਰਨੀ ਪੈਂਦੀ ਹੈ, ਜਿੰਨੀ ਕੁ ਮੈਨੂੰ ਨੌਲੇਜ ਹੈ, ਜਦੋਂ ਰਜਿਸਟਰੀ ਕਰਵਾਈ ਜਾ ਰਹੀ ਹੈ। ਰਜਿਸਟਰੀ ਵੇਲੇ ਲੋੜ ਹੁੰਦੀ ਹੈ ਸਟੈਂਪ ਡਿਊਟੀ ਦੀ। ਹੁਣ ਇਹ ਕਿਹੜੇ ਸਿਆਣੇ ਬੰਦੇ ਨੇ ਕਿਹਾ ਵੀ ਕਬਜ਼ਾ ਹੀ ਸਿਰਫ ਇੰਨੀ ਕੁ ਜਗ੍ਹਾ ਦਾ ਲਿਆ ਹੈ ਤੇ ਇਸ ਹਿਸਾਬ ਨਾਲ ਦੇਖਿਆ ਜਾਵੇ? ਇਹ ਸਵਾਲ ਕਿੱਥੋਂ ਦਾ ਹੋਇਆ? ਆਹ ਦੇਖੋ ਜੀ, ਇਹਨਾਂ ਨੇ ਫਿਰ ਇੱਕ ਚੀਜ਼ ਬਣਾਤੀ ਕਿ ਵੀ ਆਹ 24 ਜਿਹੜਾ 71 ਹੈ, ਇਹਨੂੰ ਆਹ ਗਲੀ ਲੱਗਦੀ ਹੈ ਜੀ। ਇਹ ਗਲੀ ਹੈਗੀ 11/91 ਦੀ, ਆਹ ਬੈਂਕ ਦੇ ਨਾਲ ਜਾਂਦੀ ਹੈ ਜੀ। ਔਰ ਤੁਹਾਨੂੰ ਇੱਕ ਬੜੀ ਅੱਜ ਇੰਪੋਰਟੈਂਟ ਗੱਲ ਜਿਹੜੀ ਅੱਜ ਹੀ ਸਵੇਰੇ ਮੈਨੂੰ ਪਤਾ ਲੱਗੀ ਹੈ, ਮੈਨੂੰ ਇੱਕ ਅਮਰੀਕਾ ਤੋਂ ਸਵੇਰੇ ਲੈਟਰ ਆਈ ਹੈ, ਉਹਦੇ ਬਾਰੇ ਵੀ ਤੁਹਾਨੂੰ ਦੱਸਦਾ। ਆਹ ਜਿਹੜੀ 11/91 ਜਿਹੜੀ ਗਲੀ ਕਹਿੰਦੇ ਆ, ਪਹਿਲੀ ਗੱਲ ਤਾਂ ਇਹ ਗਲੀ 24/71 ਨੂੰ ਲੱਗਦੀ ਨਹੀਂ ਪਈ, ਇਹ 24/67 'ਚ ਖਤਮ ਹੋ ਰਹੀ ਹੈ, ਕਿਉਂਕਿ 91 ਫੁੱਟ ਦੀ ਆ, ਉਹਦੇ ਵਿੱਚ ਹੀ ਖਤਮ ਹੋ ਰਹੀ ਹੈ। ਚਲੋ ਇਹ ਗੱਲ ਨੂੰ ਵੀ ਹੁਣ ਆਪਾਂ ਛੱਡੀਏ। ਹੁਣ ਇੱਕ ਸਾਡੇ ਆਂਟੀ ਜੀ ਨੇ ਪਰਮਜੀਤ ਸੂਦ, ਜਿਨ੍ਹਾਂ ਨੇ ਆਹ ਬੈਂਕ ਦੀ ਬਿਲਡਿੰਗ ਇਹਨਾਂ ਦੇ ਹਸਬੈਂਡ ਨੇ ਕਮਲ ਸੂਦ ਨੇ ਵੇਚੀ ਸੀ। ਇਹ ਆਂਟੀ ਜੀ ਦੀ ਸਵੇਰੇ ਮੈਨੂੰ ਲੈਟਰ ਆਈ ਹੈ ਜੀ WhatsApp ਦੇ ਉੱਪਰ। ਆਹ ਜਿਹੜੀ ਲੈਟਰ ਹੈ, ਇਹਦੇ ਵਿੱਚ ਆਂਟੀ ਜੀ ਨੇ ਲਿਖਿਆ ਹੋਇਆ ਕਿ ਵੀ ਜਿਹੜੀ ਉਹ 11/91 ਦੀ ਗਲੀ ਹੈ, ਉਹ ਉਹਨਾਂ ਦੀ ਹੈ, ਉਹਨਾਂ ਦਾ ਕਬਜ਼ਾ ਹੈ, ਉਹਨਾਂ ਦਾ ਹੀ ਉੱਥੇ ਸਾਰਾ ਕੁਝ ਹੈ, ਉਹਨਾਂ ਦਾ ਪਲਾਟ ਹੈ ਉਹ। ਔਰ ਇਹ ਲੋਕ ਕਿਵੇਂ ਮਤਲਬ ਪ੍ਰਸ਼ਾਸਨ ਮਿਲ ਕੇ ਕਿਵੇਂ ਕਹਿ ਰਿਹਾ ਕਿ ਵੀ ਅਸੀਂ 24/71 ਨੂੰ ਜਾਂ 24/67 ਨੂੰ ਆ ਗਲੀ ਲਾ ਰਹੇ ਹਾਂ, ਜਦੋਂ ਲੇਡੀ ਇੱਥੇ ਆਲਰੇਡੀ DC ਨੂੰ, ਮਾਲ ਮੰਤਰੀ ਜੀ ਨੂੰ, SSP ਨੂੰ, ਸਭ ਨੂੰ ਕੰਪਲੇਂਟ ਕਰ ਚੁੱਕੀ ਹੈ। ਇਹ ਉਹਨਾਂ ਨੇ ਮੈਨੂੰ, ਮੇਰੇ ਨਾਲ ਟੈਲੀਫੋਨਿਕ ਕਨਵਰਸੇਸ਼ਨ ਹੋਈ ਹੈ ਉਹਨਾਂ ਦੀ, ਉਹਨਾਂ ਨੇ ਮੈਨੂੰ ਵੀ ਭੇਜੀ ਹੈ, ਕਹਿੰਦੀ ਬੇਟਾ ਅਸੀਂ 3 ਥਾਵਾਂ ਤੇ ਭੇਜੀ ਹੈ, ਤੁਹਾਨੂੰ ਵੀ ਇਹ ਭੇਜ ਰਹੇ ਹਾਂ ਕਿਉਂਕਿ ਤੁਸੀਂ ਇਹਦੇ ਵਿੱਚ ਵਿਸਲ ਬਲੋਅਰ ਹੋ। ਔਰ ਤੁਸੀਂ ਦੇਖੋ, ਮੈਂ ਤਾਂ ਤਹਿਸੀਲਦਾਰ ਦੇ ਮਗਰ ਪਿਆ ਸੀ ਤੇ ਮੈਨੂੰ ਲੱਗਦਾ ਜੀ ਸਾਰੇ ਪੰਜਾਬ ਦਾ ਘਟਾਲਾ ਮੇਰੇ ਕੋਲ ਹੀ ਖੁੱਲ੍ਹਣਾ ਹੈ। ਬਿਲਕੁਲ ਨਹੀਂ, ਇਹ ਬਹੁਤ ਵੱਡੀ ਗੱਲ ਹੈ ਜਿਹੜੀ ਇਹ ਇੱਕ ਲੈਟਰ ਜਾਂ ਕੰਪਲੇਂਟ SSP ਮੋਗਾ ਸਾਹਿਬ ਕੋਲ ਤੇ DC ਮੋਗਾ ਸਾਹਿਬ ਕੋਲ ਪਹੁੰਚੀ ਹੈ ਮੈਡਮ ਪਰਮਜੀਤ ਸੂਦ ਜੀ ਦੀ ਅਮਰੀਕਾ ਤੋਂ।
ਉਹ ਸਾਫ਼ ਤੌਰ ਤੇ ਲਿਖਦੇ ਨੇ, ਦ ਬੈਂਕਸ ਬਿਲਡਿੰਗ ਐਂਡ ਲੈਂਡ ਮੇਜਰਿੰਗ 50 ਫੀਟ ਇਨਟੂ 91 ਫੀਟ ਵਾਸ ਸੋਲਡ ਬਾਈ ਮਾਈ ਹਸਬੈਂਡ ਸ਼੍ਰੀ ਕਮਲ ਸੂਦ ਟੂ ਸ਼੍ਰੀ ਸੰਜੇ ਬੈਰੀ ਐਂਡ ਸ਼੍ਰੀ ਰਾਜੀਵ ਬੈਰੀ son of ਸ਼੍ਰੀ ਰਵੀ ਬੈਰੀ resident of street number 8 new town moga and the adjoining plot of 11 feet by 91 feet ਜਿਸ ਰਸਤੇ ਦੀ ਗੱਲ ਕੀਤੀ ਜਾ ਰਹੀ ਹੈ ਉਸ ਰਜਿਸਟਰੀ ਦੇ ਵਿੱਚ ਜਾਂ ਦੱਸਿਆ ਜਾ ਰਿਹਾ ਹੈ ਰਿਪੋਰਟ ਦੇ ਵਿੱਚ situated at GT road ਸਾਫ਼ ਤੌਰ ਤੇ ਲਿਖਿਆ ਮੈਡਮ ਨੇ moga is still owned and possessed by me and the keys of the main gate of this plot is with Mr. Sanjay Berry ਮੈਡਮ परमजीत सूद जो अमेरिका ने उन्होंने यह दावा किया कंप्लेन लिख के बई 11 बाय 91 फुट का जोड़ा वो रस्ता है वो मेरी पोजेशन विच है उसकी मालक मैं हाँ तो उसके बाहर लगा गेट गेट के उत्ते लगा ताला मेरा है फिर वो रस्ता ही किवें दिखाई जाते हैं ਇਹੀ ਤਾਂ ਇਹ ਸੋਚਦੇ ਜਾਂ ਤਾਂ ਸਾਨੂੰ ਬੇਵਕੂਫ ਸਮਝ ਰਿਹਾ ਜਾਂ ਸਾਰੀ ਅਫਸਰਸ਼ਾਹੀ ਨੂੰ ਇੱਕ ਬੰਦਾ ਹੀ ਬੇਵਕੂਫ ਬਣਾਈ ਜਾਂਦਾ ਜੀ ਜਾਂ ਤਾਂ ਪੰਕਜ ਸੂਦ ਬੇਵਕੂਫ ਹੈ ਜਾਂ ਸੀਆਰਓ ਬੇਵਕੂਫ ਹੈ ਤੇ ਜਾਂ ਫਿਰ ਤੁਸੀਂ ਹੁਣ ਗੱਲ ਸਮਝੋ ਵੀ ਆਪਾਂ ਕਿਸੇ ਦੇ ਰਸਤੇ ਨੂੰ ਇਹਦੇ ਵਿੱਚ ਦਿਖਾ ਰਹੇ ਹਾਂ ਠੀਕ ਹੈ ਆ ਤੁਸੀਂ ਮਾੜਾ ਜਿਹਾ ਜ਼ੂਮ ਕਰੋ ਇੱਕ ਤੁਹਾਨੂੰ ਮੈਂ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਪ੍ਰੋਪਰ ਦਿਖਾ ਦਾਂ ਆ ਜਿਹੜਾ ਉੱਪਰਲਾ ਪਲਾਟ ਹੈ ਜੀ ਇਹ 2467 ਹੈ ਉੱਪਰਲਾ 2467 ਹੈ ਮੈਂ ਤਾਂ ਕਬਜ਼ੇ ਦੀ ਗੱਲ ਹੀ ਨਹੀਂ ਕਰ ਰਿਹਾ ਜਾਂ ਮੈਂ 100 ਫੁੱਟ 200 ਫੁੱਟ 400 ਫੁੱਟ ਦੀ ਗੱਲ ਹੀ ਨਹੀਂ ਕਰ ਰਿਹਾ ਅਸੀਂ ਤਾਂ ਗੱਲ ਇਹ ਕਰ ਰਹੇ ਹਾਂ ਵੀ ਤੁਸੀਂ 1.5 ਲੱਖ ਨੂੰ ਸਟਾਂਪ ਡਿਊਟੀ ਦੀ ਚੋਰੀ ਕਿਉਂ ਕੀਤੀ ਤੁਸੀਂ TDS ਦੀ ਚੋਰੀ ਕਿਉਂ ਕੀਤੀ ਇਹ ਇੱਕ ਸਬੂਤ ਨਹੀਂ ਠਾਕੁਰ ਜੀ ਮੈਂ ਤੁਹਾਨੂੰ 2 ਸਬੂਤ ਹੋਰ ਦੇਤੇ ਚੋਰੀ ਵਾਲੇ ਇੱਕ ਜੱਜ ਸਾਹਿਬ ਦੇ ਸੈਸ਼ਨ ਜੱਜ ਵਾਲੇ ਸੈਕਿੰਡ ਜਿਹੜੇ ਖੋਸਾ ਪਾਂਡੋ ਪਿੰਡ ਮੋਗੇ ਦੇ ਨਾਲ ਹੀ ਪਿੰਡ ਹੈ ਜੀ ਉੱਥੇ ਚੱਲੋਗੇ ਤੁਹਾਨੂੰ ਮੌਕਾ ਵੀ ਵਿਖਾ ਲਾਂਗੇ ਇਹ ਬਿਲਕੁਲ ਬੱਸ ਸਟੈਂਡ ਤੇ ਖੋਸਾ ਪਾਂਡੋ ਦੇ ਇਹ ਪ੍ਰਾਪਰਟੀ ਹੈ ਜਿਹੜੀ ਤੁਹਾਨੂੰ ਮੈਂ ਡਾਕੂਮੈਂਟ ਭੇਜੇ ਹੈ ਜੀ ਇਹ ਖਸਰਾ ਨੰਬਰ ਵਗੈਰਾ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿੱਤਾ ਜੀ ਠੀਕ ਹੈ ਇਹ ਵੀ ਕੁਐਸਚਨ ਦੇ ਵਿੱਚ ਹੈ ਕਿਉਂਕਿ ਕੁਐਸਚਨ ਦੇ ਵਿੱਚ ਇਸ ਲਈ ਹੈ ਕਿਉਂਕਿ ਉੱਥੇ ਲੱਖ ਰੁਪਏ ਨੂੰ ਮਰਲਾ ਹੈ ਠੀਕ ਹੈ ਜੀ ਉਹ 27 ਲੱਖ ਦੀ ਜਗ੍ਹਾ ਲੈ ਕੇ 2,75,000 ਨੂੰ ਰਜਿਸਟਰੀ ਕਰਾਈ ਗਈ ਤੁਸੀਂ ਆਪ ਦੇਖੋ ਇਹਦੇ ਵਿੱਚ ਕਿੰਨੀ ਸਟੈਂਪ ਡਿਊਟੀ ਦੀ ਚੋਰੀ ਹੈ ਬਿਲਕੁਲ ਮੈਂ ਇੱਕ ਵਾਰ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਇੱਥੇ ਜ਼ਰੂਰ ਕੈਮਰਾ ਕਰੇ ਜੋ ਰਿਪੋਰਟ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਵੀ 45 ਮਰਲੇ ਦਾ ਕਬਜ਼ਾ ਲਿਆ ਗਿਆ ਹੈ ਇਹ ਡਾਟਡ ਲਾਈਨ ਤੁਸੀਂ ਦੇਖ ਰਹੇ ਹੋ ਜੋ 2471 ਦੇ ਵਿੱਚ ਪਾਈ ਗਈ ਹੈ ਡਾਟਡ ਲਾਈਨ ਇਹ ਸ਼ੋਅ ਦਰਸਾਇਆ ਗਿਆ ਹੈ ਵੀ ਇੰਨੀ ਜਗ੍ਹਾ ਦਾ ਅਸੀਂ ਕਬਜ਼ਾ ਲਿਆ ਗਿਆ ਹੈ ਤੇ GT ਰੋਡ ਤੋਂ ਇਹ ਜਿਹੜੀ ਹੈਗੀ ਹੈ ਤਕਰੀਬਨ 99 ਫੁੱਟ ਪੈਂਦੀ ਹੈ ਜੋ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਨਾਬ ਇੱਥੇ ਸਵਾਲ ਕਬਜ਼ੇ ਦਾ ਨਹੀਂ ਇੱਥੇ ਸਵਾਲ ਇਹ ਹੈ ਬਈ ਜਿਹੜੀ ਤੁਸੀਂ ਰਜਿਸਟਰੀ ਕਰਵਾਈ ਹੈ 2467 ਤੇ 2471 ਦੀ ਕਬਜ਼ਾ ਤੁਸੀਂ ਲਓ ਨਾ ਲਓ ਕਬਜ਼ੇ ਦੇ ਨਾਲ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਕਬਜ਼ਾ ਤੁਸੀਂ ਜੇ ਨਹੀਂ ਵੀ ਲੈਂਦੇ ਤਾਂ ਵੀ ਕਿਸੇ ਦੇ ਢਿੱਡ ਪੀੜ ਨਹੀਂ ਪੈਂਦੀ ਪਰ 2467 ਤੇ 2471 ਰਜਿਸਟਰੀ ਜਦੋਂ ਹੋਈ ਹੈ ਰਜਿਸਟਰੀ ਦੇ ਵਿੱਚ ਤੁਸੀਂ ਇਸ ਨੂੰ ਰੈਜ਼ੀਡੈਂਸ਼ੀਅਲ ਕਿਵੇਂ ਸ਼ੋਅ ਕੀਤਾ ਤੁਸੀਂ ਸਟੈਂਪ ਡਿਊਟੀ ਦੇ ਵਿੱਚ ਗੜਬੜ ਕੀਤੀ ਹੈ ਜਾਂ ਫਿਰ ਨਹੀਂ ਸਵਾਲ ਵੱਡਾ ਇਹ ਖੜਾ ਹੁੰਦਾ ਹੈ ਨਾਲੇ ਦੂਜੀ ਗੱਲ ਜਿਹੜਾ ਰਸਤਾ ਇੱਥੇ ਪੰਕਜ ਸੂਦ ਭਾਜੀ ਨੇ ਵੀ ਦਿਖਾਇਆ ਹੈ ਉਹ ਰਸਤਾ ਵੀ ਜਿਹੜਾ ਹੈ ਇਸ ਰਸਤੇ ਦੇ ਬਾਬਤ ਇਹ ਸ਼ਿਕਾਇਤ ਪਹੁੰਚੀ ਹੈ ਮੈਡਮ ਪਰਮਜੀਤ ਸੂਦ ਹੋਣਾ ਵੱਲੋਂ ਤੇ ਇਹ ਜਿਹੜਾ ਰਸਤਾ ਹੈ 11 ਬਾਈ 91 ਫੁੱਟ ਦਾ ਇਹ ਵੀ ਇਹਨਾਂ ਦਾ ਹੈ ਤਾਂ ਰਸਤਾ ਇੱਥੇ ਕਿਸੇ ਨੂੰ ਲੱਗਦਾ ਹੀ ਨਹੀਂ ਨਾਲੇ ਇੱਕ ਗੱਲ ਹੋਰ ਗਾਂਧੀ ਰੋਡ ਕਿਹਾ ਜਾ ਰਿਹਾ ਹੈ ਜੋ ਸੂਦ ਸਾਹਿਬ ਨੇ ਵੀ ਦੱਸਿਆ ਹੈ ਇਹ ਦੇਖੋ ਕੋਡ ਗਾਂਧੀ ਰੋਡ ਦਾ ਹੈਗਾ ਜੀ 0061 ਤੇ ਗਾਂਧੀ ਰੋਡ ਇਸ ਨੂੰ ਸ਼ੋਅ ਕਰਕੇ ਰੈਜ਼ੀਡੈਂਸ਼ੀਅਲ ਇਸ ਦੀ ਰਜਿਸਟਰੀ ਕੀਤੀ ਗਈ ਹੈ ਰੈਜ਼ੀਡੈਂਸ਼ੀਅਲ ਦੇ ਹਿਸਾਬ ਨਾਲ ਰਜਿਸਟਰੀ ਕੀਤੀ ਗਈ ਹੈ ਜਦ ਕਿ ਇਹ ਕਮਰਸ਼ੀਅਲ ਦੇ ਹਿਸਾਬ ਨਾਲ 81 ਨੰਬਰ ਕੋਡ ਲੱਗਣਾ ਸੀ ਮੇਰੇ ਖਿਆਲ 'ਚ ਹੁਣ ਮਾਮਲਾ ਸਾਡੇ ਦੋਸਤਾਂ ਨੂੰ ਵੀ ਸਮਝ ਆਇਆ ਹੋਵੇਗਾ ਲੇਕਿਨ ਪਾਵਰ ਆਫ ਅਟਰਨੀ ਦੀ ਦੁਹਾਈ ਦੇ ਕੇ ਕੀ ਫੈਕਟਸ ਨੂੰ ਕਿਉਂਕਿ ਤੁਸੀਂ ਵੀ ਓਪਨ ਚੈਲੰਜ ਕੀਤਾ ਹੈ ਬਈ ਇਸ ਪਲਾਟ ਦੇ ਨੇੜੇ ਤੇੜੇ ਜੇ ਕਿਤੇ ਵੀ ਕੋਈ ਵੀ ਗਾਂਧੀ ਰੋਡ ਨੂੰ ਸ਼ੋਅ ਕਰ ਦੇਵੇ ਤਾਂ ਪੰਕਜ ਸੂਦ ਸਾਹਿਬ ਦਾ ਓਪਨ ਚੈਲੰਜ ਹੈ ਵੀ ਜੋ ਉਹ ਕਹਿਣਗੇ ਉਹ ਕੀਤਾ ਜਾਵੇਗਾ ਤੇ ਸਾਰਿਆਂ ਸਾਹਮਣੇ ਮਾਫੀ ਵੀ ਮੰਗੀ ਜਾਵੇਗੀ ਖੁੱਲਾ ਚੈਲੰਜ ਹੈ ਤਹਿਸੀਲਦਾਰ ਸਾਹਿਬ ਤੁਸੀਂ ਤਾਂ ਪਾਵਰ ਆਫ ਅਟਰਨੀ ਦੇ ਹਿਸਾਬ ਨਾਲ ਕੀਤੀ ਹੈ ਨਾ ਕਿ ਪਾਵਰ ਆਫ ਅਟਰਨੀ ਦੇ ਵਿੱਚ ਗਾਂਧੀ ਰੋਡ ਲਿਖਿਆ ਪਾਵਰ ਆਫ ਅਟਰਨੀ ਦਾ ਜਿਹੜਾ ਦੂਜਾ ਪੇਜ ਹੈ ਉਹਦੀਆਂ ਪਹਿਲੀਆਂ 2 ਲਾਈਨਾਂ ਤੇ ਖਸਰਾ ਨੰਬਰ 2471 ਖਸਰਾ ਨੰਬਰ 2467 ਸਿਚੁਏਟਡ ਨੀਅਰ ਗਊਸ਼ਾਲਾ ਓਪੋਜ਼ਿਟ ICICI ਬੈਂਕ GT ਰੋਡ ਇਹ ਲਾਈਨਸ ਲਿਖੀਆਂ ਹੋਈਆਂ ਤਹਿਸੀਲਦਾਰ ਸਾਹਿਬ ਉਹ ਬਦਲਿਆ ਨਹੀਂ ਜਾਣਾ ਕਿਉਂਕਿ ਮੇਰੇ ਕੋਲ ਵੀ ਉਹਦੀ ਕਾਪੀ ਹੈ ਠੀਕ ਹੈ ਜੀ ਮੇਰੇ ਕੋਲ ਉਹਦੀ ਵੀ ਕਾਪੀ ਹੈ ਤੁਹਾਡੇ 'ਚੋਂ ਕੋਈ ਮਾਈ ਦਾ ਲਾਲ ਉਹਨੂੰ ਬਦਲ ਨਹੀਂ ਸਕਦਾ
ਜੇ ਤੁਸੀਂ ਉਹ ਪਾਵਰ ਟਰਨੀ ਵਾਲੀ ਗੱਲ ਤੇ ਕਰ ਰਹੇ ਹੋ, ਮੈਂ ਆਰਟੀਆਈ ਪਾਈ ਵੀ ਹੈ। 14 ਦਿਨ ਵੱਧ ਜਾਓਗੇ, 20 ਦਿਨ ਵੱਧ ਜਾਓਗੇ, ਜਿੱਦਣ ਪਾਵਰ ਟਰਨੀ ਆ ਗਈ ਹਾਈ ਕੋਰਟ ਸਭ ਨੂੰ ਘੜੀਸੂੰਗਾ ਮੈਂ। ਕੋਈ ਬੰਦਾ ਨਹੀਂ ਛੱਡਣਾ, ਜਿਹੜੇ ਤੁਹਾਡੀ ਸਪੋਰਟ ਕਰ ਰਹੇ ਉਹਨਾਂ ਨੂੰ ਨਹੀਂ ਛੱਡਣਾ। ਤੁਸੀਂ ਮੈਨੂੰ ਬਲੈਕਮੇਲ ਕਰਨਾ ਹੈ, ਮੰਤਰੀ ਜੀ ਨੂੰ ਕਰਨਾ, ਜਿਹਨੂੰ ਮਰਜ਼ੀ ਕਰ ਲਓ ਤੁਸੀਂ। ਮੰਤਰੀ ਜੀ ਨੂੰ ਤਾਂ ਡਰਾ ਲਓਗੇ, ਪੰਕਜ ਸੂਦ ਨੂੰ ਨਹੀਂ ਡਰਾ ਸਕਦੇ। ਨਾ ਮੈਂ ਹਲੇ ਤੱਕ ਕਦੇ ਡਰਿਆ ਤੇ ਨਾ ਮੈਂ ਡਰਨਾ ਹੈ। ਇੱਥੇ ਜੀਡੀ ਰੋਡ ਤੇ ਮੇਰੀ ਕੋਠੀ ਆ, ਜੀਡੀ ਰੋਡ ਦੇ ਉੱਤੇ ਹੀ ਦਫ਼ਤਰ ਹੈ। ਕੋਠੀ ਦੇ ਬਾਹਰ ਜਿਹਨੇ ਜਦੋਂ ਮਿਲਣਾ ਦਰਵਾਜ਼ੇ 24 ਘੰਟੇ ਖੁੱਲ੍ਹੇ ਆ ਜੀ। ਰਾਤ ਨੂੰ 11 ਵਜੇ ਵੱਡਾ ਗੇਟ ਬੰਦ ਕਰਦੇ ਆ, ਸਵੇਰੇ 5 ਵਜੇ ਖੋਲ੍ਹ ਦਿੰਦੇ ਆ। ਜਿਹਨੇ ਆਉਣਾ ਆ ਜਾਓ। ਲੇਕਿਨ ਬਹੁਤ ਵੱਡਾ ਸਵਾਲ ਹੈ। ਬਹੁਤ ਬਹੁਤ ਧੰਨਵਾਦ ਸੂਦ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਬਹੁਤ ਵੱਡਾ ਸਵਾਲ ਹੈ। ਸਵਾਲ ਕਈ ਨੇ, ਜਿਵੇਂ ਮੈਂ ਸ਼ੁਰੂਆਤ ਵਿੱਚ ਵੀ ਕਿਹਾ ਸੀ ਕਿ ਸਿਸਟਮ ਦੇ ਹਿਸਾਬ ਨਾਲ ਤਹਿਸੀਲਦਾਰ ਚੱਲਦੇ ਨੇ ਜਾਂ ਫਿਰ ਤਹਿਸੀਲਦਾਰਾਂ ਦੇ ਹਿਸਾਬ ਨਾਲ ਸਿਸਟਮ। ਪਹਿਲੀ ਗੱਲ ਹੈ ਬਈ ਜੇ ਪਾਵਰ ਆਫ ਅਟਰਨੀ ਦੀ ਗੱਲ ਵੀ ਕਰ ਰਹੇ ਨੇ ਤਹਿਸੀਲਦਾਰ ਸਾਹਿਬ, ਤਾਂ ਪੰਕਜ ਸੂਦ ਸਾਹਿਬ ਦੇ ਮੁਤਾਬਕ ਪਾਵਰ ਆਫ ਅਟਰਨੀ ਦੇ ਵਿੱਚ ਖੁਦ ਖਸਰਾ ਨੰਬਰ 2467 ਤੇ 2471 ਜੀਟੀ ਰੋਡ ਤੇ ਦੱਸੇ ਗਏ ਨੇ। ਪਾਵਰ ਆਫ ਅਟਰਨੀ ਦੇ ਵਿੱਚ ਲਿਖਿਆ ਗਿਆ ਹੈ। ਦੂਜੀ ਗੱਲ, ਜੋ ਤਸਵੀਰ, ਜੋ ਇਲਾਕਾ ਉਸ ਤਸਵੀਰ ਦੇ ਰਾਹੀਂ ਪੰਕਜ ਸੂਦ ਸਾਹਿਬ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤਸਵੀਰਾਂ ਅਸੀਂ ਤੁਹਾਨੂੰ ਵੀ ਦਿਖਾਇਆ ਹੈ। ਸੂਦ ਸਾਹਿਬ ਦਾ ਚੈਲੰਜ ਹੈ ਵੀ ਕੋਈ ਵੀ ਸ਼ੋਅ ਕਰਦੇ ਵੀ ਉਸ ਪਲਾਟ ਨੂੰ ਕਿਤੋਂ ਵੀ ਗਾਂਧੀ ਰੋਡ ਲੱਗਦਾ ਹੈ। ਦੂਜਾ ਸਵਾਲ। ਤੀਜਾ ਸਵਾਲ ਇਹ ਹੈ ਕਿ ਮਾਣਯੋਗ ਸੈਸ਼ਨ ਜੱਜ ਮੋਗਾ ਵੱਲੋਂ ਇੱਕ ਮਾਮਲੇ 'ਚ ਸਟੇ ਕੀਤੀ ਗਈ ਹੈ, ਉਸ ਦੇ ਬਾਵਜੂਦ ਵੀ ਉਸ ਪ੍ਰਾਪਰਟੀ ਨੂੰ ਵੇਚਿਆ ਜਾਣਾ, ਕਿ ਇਹ ਠੀਕ ਹੈ, ਕਿ ਇਹ ਕੰਟੈਂਪਟ ਆਫ ਕੋਰਟ ਨਹੀਂ। ਚੌਥਾ ਇੱਕ ਹੋਰ ਮਾਮਲਾ ਸੂਦ ਸਾਹਿਬ ਨੇ ਦੱਸਿਆ ਹੈ ਮੋਗੇ ਦੇ ਨਾਲ ਲੱਗਦੇ ਕਿਸੇ ਪਿੰਡ ਦਾ। ਤੇ ਇੱਕ ਹੋਰ ਗੱਲ ਜੋ ਰਸਤਾ ਸੀ ਨਾਲ ਅਸੀਂ ਦੱਸਿਆ, ਅਮਰੀਕਾ ਤੋਂ ਇੱਕ ਮੈਡਮ ਨੇ ਪਰਮਜੀਤ ਸੂਦ ਜੀ, ਉਹਨਾਂ ਵੱਲੋਂ ਵੀ ਇਹ ਮਾਮਲਾ ਐਸਐਸਪੀ ਮੋਗਾ ਦੇ ਧਿਆਨ ਵਿੱਚ ਤੇ ਡੀਸੀ ਮੋਗਾ ਦੇ ਧਿਆਨ ਵਿੱਚ ਲਿਆਇਆ ਗਿਆ ਹੈ ਕਿ ਇਹ ਜਗ੍ਹਾ ਮੇਰੀ ਹੈ, ਕਿਸੇ ਹੋਰ ਨੂੰ ਇਹ ਨਾ ਦਿੱਤੀ ਜਾਵੇ। ਜਿਹੜੇ ਵੀ ਇਹ ਲੋਕ ਵੀਡੀਓ ਦੇਖ ਰਹੇ ਨੇ ਉਹਨਾਂ ਲਈ ਮੇਰਾ ਇੱਕ ਸਵਾਲ ਹੈ ਕਿ ਸਟੈਂਪ ਡਿਊਟੀ ਜੋ ਹੈ ਉਹ ਜਦੋਂ ਤੁਸੀਂ ਚਾਹੇ 10 ਸਾਲ ਪਹਿਲਾਂ ਪ੍ਰਾਪਰਟੀ ਲਈ ਹੈ ਤੇ 10 ਸਾਲ ਬਾਅਦ ਤੁਸੀਂ ਕੁਝ ਬਣਾਉਣਾ ਸ਼ੁਰੂ ਕਰਦੇ ਹੋ, ਆਪਣੇ ਕਬਜ਼ਾ ਉੱਥੇ ਕੁਝ ਕਰਨਾ ਸ਼ੁਰੂ ਕਰਦੇ ਹੋ, ਸਟੈਂਪ ਡਿਊਟੀ ਤੁਸੀਂ ਉਦੋਂ ਦਿਓਗੇ ਜਾਂ ਫਿਰ ਸਟੈਂਪ ਡਿਊਟੀ ਰਜਿਸਟਰੀ ਵੇਲੇ ਦਿੱਤੀ ਜਾਂਦੀ ਹੈ। ਇੱਥੇ ਤਹਿਸੀਲਦਾਰ ਸਾਹਿਬ ਸਵਾਲ ਸਟੈਂਪ ਡਿਊਟੀ ਦਾ ਹੈ, ਨਾ ਕਿ ਸਵਾਲ ਕਬਜ਼ੇ ਦਾ ਹੈ। ਕਿ ਤੁਸੀਂ ਡੀਸੀ ਸਾਹਿਬ ਨੂੰ ਵੀ ਮਿਸਲੀਡ ਕਰ ਰਹੇ ਹੋ? ਤਹਿਸੀਲਦਾਰ ਸਾਹਿਬ ਪਾਵਰ ਆਫ ਅਟਰਨੀ ਦੇ ਹਿਸਾਬ ਨਾਲ ਵੀ ਤੁਸੀਂ ਗਲਤ ਕੀਤਾ ਹੈ, ਕਿਉਂਕਿ ਜੀਟੀ ਰੋਡ ਉਹਦੇ ਉੱਤੇ ਲਿਖਿਆ ਹੈ। ਤੇ ਤਹਿਸੀਲਦਾਰ ਸਾਹਿਬ ਤੁਸੀਂ ਡੀਸੀ ਸਾਹਿਬ ਨੂੰ ਵੀ ਕੀ ਗਲਤ ਫੈਕਟਸ ਪੇਸ਼ ਕਰ ਰਹੇ ਹੋ ਕਿ ਸਟੈਂਪ ਡਿਊਟੀ ਰਜਿਸਟਰੀ ਵੇਲੇ ਨਹੀਂ ਦਿੱਤੀ ਜਾਂਦੀ ਜਾਂ ਕਬਜ਼ੇ ਵੇਲੇ ਦਿੱਤੀ ਜਾਂਦੀ ਹੈ? ਇਹ ਤੁਸੀਂ ਦੱਸ ਦਿਓ, ਤੁਸੀਂ ਬਹੁਤ ਜ਼ਿਆਦਾ ਸਿਆਣੇ ਹੋ। ਉਮੀਦ ਕਰਾਂਗੇ ਇਸ ਮਾਮਲੇ ਦੇ ਵਿੱਚ ਸਰਕਾਰ ਜਲਦੀ ਅਤੇ ਬਣਦੀ ਕਾਰਵਾਈ ਜ਼ਰੂਰ ਕਰੇਗੀ ਤਾਂ ਜੋ ਇੱਕ ਮਿਸਾਲ ਪੇਸ਼ ਕੀਤੀ ਜਾ ਸਕੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।